सच्चा पातशाह सिरसा हृदय साहो। जिस पास बैठिया सोहिया सबना दा बेसाह। सतनाम श्री वाहिगुरु साहिब जी। बैराड़ी महला चौथा। हर जन राम नाम गुण गावै। जे कोई निंद करे हर जन की अपना गुण ना गवावै। हर जन राम नाम गुण गावै। जे कोई निंद करे हर जन की अपना गुण ना गवावै। रहाओ जो किछ करे सो आपे स्वामी। हर आपे कार कमावै। हर आपे ही मत देवै स्वामी। हर आपे बोल बुलावै। हर आपे पंच तत विस्तारा। विच धातु पंच आप पावै। जन नानक सतगुर मेले आपे। हर आपे झगर चुकावै। हर आपे पंच तत विस्तारा। विच धातु पंच आप पावै। जन नानक सतगुर मेले आपे। हर आपे झगर चुकावै। वाहिगुरु जी का खालसा वाहिगुरु जी की फतेह। जुग जुग अटल लोक परलोक दे राखे। दो जहान दे बाले निमाणियां दे मान निताणियां दे तान। धन धन साहिब श्री गुरु ग्रंथ साहिब सच्चे पातशाह दी पावन पवित्र हजूरी अंदर जुड़ बैठी गुरु रूप खालसा सत संगत जी। एक बारी फेर सरबंस दानी अमृत के दाते धन धन साहिब श्री गुरु गोबिंद सिंह महाराज वल्लों बख्शी फतेह प्रवान करो। वाहिगुरु जी का खालसा वाहिगुरु जी की फतेह। सिख पंथ दे महान ते पावन पवित्र अस्थान गुरुद्वारा मंजी साहब दीवान हाल विखे जुड़ बैठी साध संगत जी। आपां बहुत वड्डे भागां वाले हाँ कि अज पातशाह दी गोद दे विच बैठ के पातशाह दीयां गल्लां सुणन दा, पातशाह दे नाल गल्लां करन दा सुभाग समां आपां नूं प्राप्त हो रिहा। अज दा दिन बड़ी इतिहासक महत्ता वाला दिन है। अज दे दिन गोइंदवाल साहब दी पावन धरती दे उत्ते दीन दुनिया दे वाली धन धन साहिब श्री गुरु अमरदास जी महाराज ज्योति जोत समाए।
ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੂੰ ਜਿੱਥੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਯਾਦ ਕਰ ਰਹੀਆਂ ਨੇ ਲੱਖਾਂ ਸੰਗਤਾਂ ਇਕੱਠੀਆਂ ਹੋ ਕੇ ਜੋੜ ਮੇਲ ਦੇ ਰੂਪ ਦੇ ਵਿੱਚ, ਉੱਥੇ ਸਮੁੱਚੇ ਸਿੱਖ ਜਗਤ ਵੱਲੋਂ ਹੀ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮਾ ਗਾਈ ਜਾ ਰਹੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ ਵਡਿਆਈਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਆ ਨਾ ਗੁਰੂ ਪਿਆਰਿਓ, ਤੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪਰ ਉਪਕਾਰ ਕਰਦਿਆਂ ਬਤੀਤ ਹੋਇਆ। ਬੰਦਗੀ ਕੀਤੀ, ਭਜਨ ਕੀਤਾ, ਸੇਵਾ ਕੀਤੀ, ਬੰਦਗੀ ਕਰਵਾਈ, ਭਜਨ ਕਰਵਾਇਆ, ਸੇਵਾ ਕਰਵਾਈ, ਸੇਵਾ ਦੀ ਪ੍ਰੇਰਨਾ ਦਿੱਤੀ। 62 ਸਾਲ ਦੀ ਉਮਰ ਸੀ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨੀ ਲੱਗੇ। 13 ਸਾਲ ਲਗਾਤਾਰ ਬਾਬਾ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਦੀ ਸੇਵਾ ਕੀਤੀ। ਹਰ ਹੁਕਮ, ਹਰ ਆਗਿਆ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਬਾ ਅਮਰਦਾਸ ਜੀ ਨੇ ਸਤ ਕਰਕੇ ਮੰਨੀ। ਤੇ ਫਿਰ ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਰੂਪ ਦੇ ਵਿੱਚ ਸਾਰੇ ਜਗਤ ਦੇ ਵਿੱਚ ਸੁਭਾਇਮਾਨ ਕਰ ਦਿੱਤਾ। ਅੱਜ ਅਸੀਂ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿ ਕੇ ਸਤਿਗੁਰਾਂ ਨੂੰ ਯਾਦ ਕਰਦੇ ਹਾਂ। ਸਤਿਗੁਰਾਂ ਦਾ ਭਾਣਾ ਮੰਨਣਾ, ਸਤਿਗੁਰਾਂ ਦੀ ਰਜ਼ਾ ਮੰਨਣੀ, ਸਤਿਗੁਰਾਂ ਦਾ ਹੁਕਮ ਮੰਨਣਾ, ਸਤਿਗੁਰਾਂ ਦੀ ਸੇਵਾ ਕਰਨੀ, ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਗੁਰੂ ਪਿਆਰਿਓ ਸਿੱਖਿਆ ਮਿਲਦੀ ਆ। ਹੁਕਮ ਤਾਂ ਮੰਨਿਆ ਜਾਂਦਾ ਹੈ ਗੁਰੂ ਦਾ, ਸੇਵਾ ਤਾਂ ਕੀਤੀ ਜਾਂਦੀ ਹੈ ਗੁਰੂ ਦੀ, ਜੇ ਗੁਰੂ ਤੇ ਅਟੁੱਟ ਭਰੋਸਾ ਹੋਵੇ। ਗੁਰੂ ਪਿਆਰਿਓ, ਅਟੁੱਟ ਭਰੋਸਾ, ਜੇ ਅਟੁੱਟ ਵਿਸ਼ਵਾਸ ਹੈ ਤੇ ਹੁਕਮ ਮੰਨਿਆ ਜਾਂਦਾ ਹੈ। ਜੇ ਵਿਸ਼ਵਾਸ ਨਾ ਹੋਵੇ ਫਿਰ ਕੌਣ ਹੁਕਮ ਮੰਨਦਾ ਹੈ? ਗੁਰੂ ਪਿਆਰਿਓ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹੀ ਕਹਿੰਦੇ ਨੇ, ਸੇਵਕ ਸਿੱਖ ਪੂਜਨ ਸਭ ਆਵਾ ਹੈ, ਸਭ ਗਾਵਾ ਹੈ, ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬਈ ਆਉਂਦੇ ਸਾਰੇ ਹੀ, ਆਉਂਦੇ ਸਾਰੇ ਹੈ ਗੁਰੂ ਦਰਬਾਰ ਦੇ ਅੰਦਰ, ਪਰ ਕੌਣ ਗੁਰੂ ਪਿਆਰਿਓ ਸਫਲ ਹੁੰਦਾ ਹੈ? ਕੌਣ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਪ੍ਰਵਾਨਿਆ ਜਾਂਦਾ ਹੈ, ਸਨਮਾਨਿਆ ਜਾਂਦਾ ਹੈ? ਕਹਿੰਦੇ ਜਿਹੜਾ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਦਾ ਹੈ, ਗੁਰੂ ਦੀ ਆਗਿਆ ਨੂੰ, ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਦਾ ਹੈ, ਉਹ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਪੂਜਿਆ ਜਾਂਦਾ ਹੈ, ਸਤਿਕਾਰਿਆ ਜਾਂਦਾ ਹੈ। ਗੁਰੂ ਪਿਆਰਿਓ, ਜੇ ਗੁਰੂ ਦੀ ਗੱਲ ਕਰਨੀ ਹੈ ਨਾ ਗੁਰੂ ਪਿਆਰਿਓ, ਤੇ ਗੱਲ ਫਿਰ ਮੁਖ ਚੋਂ ਐਸੀ ਨਿਕਲਣੀ ਚਾਹੀਦੀ ਹੈ ਕਿ ਸੁਣਨ ਵਾਲੇ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਪੈਦਾ ਹੋਵੇ, ਵਰਨਾ ਗੱਲ ਕਰਨੀ ਨਹੀਂ ਚਾਹੀਦੀ। ਐਸੀ ਗੱਲ ਬਿਲਕੁਲ ਹੀ ਨਹੀਂ ਕਰਨੀ ਚਾਹੀਦੀ ਜਿਹਨੂੰ ਸੁਣ ਕੇ ਸੁਣਨ ਵਾਲੇ ਦੇ ਮਨ 'ਚ ਗੁਰੂ ਦੇ ਪ੍ਰਤੀ ਸ਼ੰਕਾ ਭਾਵ ਪੈਦਾ ਹੋ ਜਾਵੇ। ਅੱਜ ਸਾਡੀ ਤਰਾਸਦੀ ਵੀ ਇਹ ਹੈ ਗੁਰੂ ਪਿਆਰਿਓ ਕਿ ਸਾਡੇ ਜਿਹੜੇ ਪ੍ਰਚਾਰਕ ਹੈ ਨਾ, ਪ੍ਰਚਾਰਕ ਅਖਵਾਉਣ ਵਾਲੇ ਹੈ, ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਹੈ, ਅਨਭੋਲ ਪੁਣੇ 'ਚ ਕਰਦੇ ਹੈ। ਕਿਵੇਂ ਕਰਦੇ ਹੈ, ਕਿਵੇਂ ਨਹੀਂ ਕਰਦੇ ਪਤਾ ਨਹੀਂ, ਪਰ ਗੱਲਾਂ ਇਹੋ ਜਿਹੀਆਂ ਕਰ ਜਾਂਦੇ ਹੈ ਜਿਹਦੇ ਨਾਲ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਕੀ ਪੈਦਾ ਹੋਣਾ, ਸਗੋਂ ਸ਼ੰਕਾ ਪੈਦਾ ਹੋ ਜਾਂਦੀ। ਪਾਪਾਂ ਦੇ ਭਾਗੀ, ਗੁਨਾਹਾਂ ਦੇ ਭਾਗੀ ਬਣਦੇ ਆ ਗੁਰੂ ਪਿਆਰਿਓ ਇਹੋ ਜਿਹੇ ਲੋਕ, ਇਹੋ ਜਿਹੀਆਂ ਗੱਲਾਂ ਕਰਨ ਵਾਲੇ, ਉਹ ਵੀ ਗੁਰੂ ਦੀ ਹਜ਼ੂਰੀ 'ਚ ਬੈਠ ਕੇ। ਤੇ ਜੇ ਗੁਰੂ ਪਿਆਰਿਓ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਗੁਨਾਹਾਂ ਦੇ ਭਾਗੀ ਹੈ, ਤੇ ਸੁਣਨ ਵਾਲੇ ਵੀ ਗੁਨਾਹਾਂ ਦੇ ਭਾਗੀ ਬਣਦੇ ਆ। ਐਸੀਆਂ ਗੱਲਾਂ ਕਦੇ ਨਹੀਂ ਸੁਣਨੀਆਂ ਗੁਰੂ ਪਿਆਰਿਓ, ਐਸੀਆਂ ਬਾਤਾਂ ਕਦੇ ਨਹੀਂ ਸੁਣਨੀਆਂ ਜਿਹੜਾ ਸਾਡੇ ਮਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਤੀ ਵਿਸ਼ਵਾਸ ਨੂੰ ਤੋੜਨ ਦਾ ਕੰਮ ਕਰਨ। ਅਸੀਂ ਸਿੱਖ ਹਾਂ, ਸਿੱਖ ਦਾ ਗੁਰੂ ਪਿਆਰਿਓ ਫਰਜ਼ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਗੁਰੂ ਦੇ ਭਾਣੇ ਨੂੰ ਮੰਨਣਾ ਹੈ। ਜਦੋਂ ਗੁਰੂ ਹੀ ਮੰਨ ਲਿਆ
ਜਦੋਂ ਕਹਿ ਹੀ ਦਿੱਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਜਦੋਂ ਕਹਿ ਹੀ ਦਿੱਤਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਸਾਡੇ ਗੁਰੂ ਦਾ ਘਰ ਹੈ, ਤੇ ਫੇਰ ਗੁਰੂ ਪਿਆਰਿਓ ਭਰੋਸਾ ਰੱਖਣਾ ਚਾਹੀਦਾ ਹੈ, ਵਿਸ਼ਵਾਸ ਰੱਖਣਾ ਚਾਹੀਦਾ ਹੈ, ਫੇਰ ਗੁਰੂ ਕਿਰਪਾ ਕਰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਗੁਰੂ ਪਿਆਰਿਓ ਸਾਨੂੰ ਇਹੋ ਹੀ ਸਮਝ ਮਿਲਦੀ ਹੈ, ਇਹੋ ਹੀ ਸਿੱਖਿਆ ਮਿਲਦੀ ਹੈ, ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਿਹਾ ਸਿੱਖ ਜਗਤ। ਇਸ ਮਹਾਨ ਪੁਰਬ ਦੇ ਉੱਤੇ ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮ ਸਾਡੀ ਝੋਲੀ ਪਿਆ ਹੈ, ਅਸੀਂ ਉਸੇ ਹੁਕਮ ਦੀ ਗੁਰੂ ਪਿਆਰਿਓ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨੀ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਹੈ ਇਹ ਮੁੱਖ ਵਾਕ। ਇਹ ਅੱਜ ਗੁਰੂ ਪਿਆਰਿਓ ਆਪਣੇ ਹੁਕਮ ਦੇ ਵਿੱਚ ਇਸ ਮਹਾਨ ਇਤਿਹਾਸਕ ਦਿਹਾੜੇ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਸਾਨੂੰ ਕੀ ਸਮਝਾਉਂਦੇ ਹੈ, ਕੀ ਸਿੱਖਿਆ ਦਿੰਦੇ ਹੈ, ਉਹ ਆਪਾਂ ਨੇ ਸੁਣਨਾ ਹੈ। ਸ਼ਬਦ ਦਾ ਮੁੱਖ ਭਾਵ ਜਿਹੜਾ ਹੈ ਉਹ ਰਹਾਉ ਦੀ ਪੰਕਤੀ 'ਚ ਸਮੋਇਆ ਹੈ, ਤੇ ਰਹਾਉ ਦੀ ਪੰਕਤੀ ਸ਼ਬਦ ਦੇ ਆਰੰਭ ਦੇ ਵਿੱਚ ਸਬਾਇਮਾਨ ਹੈ। ਇਸ ਲਈ ਆਓ ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਆਪਣੀਆਂ ਮਨੋਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ RAM ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਗੁਰੂ ਪਿਆਰਿਓ ਬੈਰਾੜੀ ਰਾਗ ਦਾ ਨਾਂ ਹੈ। ਬੈਰਾੜੀ ਮਹੱਲਾ ਚੌਥਾ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰ ਬਿੰਦ ਚੋਂ ਉਚਾਰਨ ਹੋਇਆ ਇਹ ਸ਼ਬਦ ਹੈ। ਕੀ ਕਹਿੰਦੇ ਨੇ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੀ ਗੋਦ 'ਚ ਬਿਠਾ ਕੇ ਸਾਨੂੰ ਧਿਆਨ ਦੇਣਾ ਗੁਰੂ ਪਿਆਰਿਓ। ਕਹਿੰਦੇ ਹਰ ਜਨ। ਹਰ ਜਨ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਹਰੀ ਦਾ ਜਨ। ਜਨ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਜਨ ਦਾ ਮਤਲਬ ਹੁੰਦਾ ਹੈ ਸੇਵਕ, ਭਗਤ, ਦਾਸ, ਗਿਆਨੀ, ਗੁਰਮੁਖ, ਸਿੱਖ। ਇਹ ਜਨ ਦਾ ਮਤਲਬ ਹੈ। ਇਹ ਸਾਰੇ ਸ਼ਬਦ ਜਿਹੜੇ ਨੇ ਇਹ ਸਮਾਨ ਅਰਥੀ ਹੈ। ਭਗਤ, ਜਨ, ਦਾਸ, ਸੇਵਕ, ਗਿਆਨੀ, ਸਿੱਖ, ਗੁਰਸਿੱਖ, ਗੁਰਮੁਖ। ਤੇ ਹਰ ਜਨ ਦਾ ਮਤਲਬ ਹੈ ਪਰਮਾਤਮਾ ਦਾ ਭਗਤ, ਹਰੀ ਦਾ ਭਗਤ, ਵਾਹਿਗੁਰੂ ਦਾ ਭਗਤ, ਵਾਹਿਗੁਰੂ ਦਾ ਦਾਸ। ਹੁਣ ਜਿਹੜਾ ਵਾਹਿਗੁਰੂ ਦਾ ਭਗਤ ਹੈ ਉਹ ਕੀ ਕਰਦਾ ਹੈ ਗੁਰੂ ਪਿਆਰਿਓ? ਉਹ ਕੀ ਕਰਦਾ ਹੈ? ਬਾਕੀ ਤਾਂ ਸੰਸਾਰ ਦੇ ਲੋਕ ਗੁਰੂ ਪਿਆਰਿਓ ਜਿਵੇਂ ਆਪਣੇ ਉਦਰ ਪੂਰਨਿਆਂ ਵਾਸਤੇ ਕਿਰਤ ਕਰਦੇ ਆ, ਉਹ ਕਿਰਤ ਤਾਂ ਕਰਦਾ ਹੀ ਹੈ, ਪਰ ਇਸ ਤੋਂ ਵੱਖਰਾ ਕੀ ਕਰਦਾ ਹੈ ਜਿਸ ਕਾਰਨ ਉਹ ਵਾਹਿਗੁਰੂ ਦਾ ਭਗਤ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦਾ ਭਗਤ ਹੈ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਦੀ ਸਿਫਤ ਕਰਦਾ ਹੈ, ਵਾਹਿਗੁਰੂ ਦੀ ਸਿਫਤ ਕਰਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਵਾਹਿਗੁਰੂ ਦੀ ਉਪਮਾ ਕਰਦਾ ਹੈ। ਤੇ ਅਸੀਂ ਸੰਸਾਰੀ ਲੋਕ ਬੰਦਿਆਂ ਦੀਆਂ ਸਿਫਤਾਂ ਕਰਦੇ ਰਹਿੰਦੇ, ਬੰਦਿਆਂ ਦੀਆਂ ਸਿਫਤਾਂ ਕਰਦੇ ਰਹਿੰਦੇ ਆ, ਕੁਦਰਤ ਦੀਆਂ ਵੀ ਸਿਫਤਾਂ ਕਰਦੇ ਆ। ਚਲੋ ਜੇ ਕਿਸੇ 'ਚ ਗੁਣ ਹੈ ਗੁਰੂ ਪਿਆਰਿਓ ਉਹਦੀ ਸਿਫਤ ਕਰਨੀ ਮਾੜੀ ਗੱਲ ਵੀ ਨਹੀਂ ਹੈ। ਕੁਦਰਤ ਦਾ ਸੁਹੱਪਣ ਵੇਖ ਕੇ ਕੁਦਰਤ ਦੀ ਸਿਫਤ ਕਰਨੀ ਗੁਰੂ ਪਿਆਰਿਓ ਕੋਈ ਮਾੜੀ ਗੱਲ ਨਹੀਂ ਹੈ। ਪਰ ਜਿਹਨੇ ਗੁਣਵਾਨ ਬੰਦੇ ਪੈਦਾ ਕੀਤੇ ਹੈ, ਜਿਹਨੇ ਇਹ ਸੁਹੱਪਣ ਵਾਲੀ ਕੁਦਰਤ ਪੈਦਾ ਕੀਤੀ ਹੈ, ਉਸ ਕਰਤਾਰ ਦੇ, ਉਸ ਵਾਹਿਗੁਰੂ ਦੇ ਗੁਣ ਵੀ ਤਾਂ ਗਾਉਣੇ ਚਾਹੀਦੇ ਆ ਨਾ, ਉਸ ਪਰਮਾਤਮਾ ਦੇ ਗੁਣ ਵੀ ਤਾਂ ਗਾਉਣੇ ਚਾਹੀਦੇ ਆ ਨਾ।
ਅਸੀਂ ਕੋਈ ਚਿੱਤਰ ਦੇਖਦੇ ਹਾਂ ਗੁਰੂ ਪਿਆਰਿਓ, ਬੜਾ ਖੂਬਸੂਰਤ ਹੁੰਦਾ ਹੈ, ਅਸੀਂ ਚਿੱਤਰ ਦੀ ਉਪਮਾ ਕਰਦੇ ਹਾਂ, ਚਿੱਤਰ ਦੀ ਵਡਿਆਈ ਕਰਦੇ ਹਾਂ, ਤਸਵੀਰ ਦੀ ਵਡਿਆਈ ਕਰਦੇ ਹਾਂ। ਬਈ ਉਸ ਪੇਂਟਰ ਦੀ, ਉਸ ਕਲਾਕਾਰ ਦੀ ਵੀ ਤਾਂ ਵਡਿਆਈ ਕਰਨੀ ਚਾਹੀਦੀ ਹੈ ਨਾ, ਜਿਹਨੇ ਚਿੱਤਰ ਬਣਾਇਆ, ਜਿਹਨੇ ਤਸਵੀਰ ਬਣਾਈ ਹੈ। ਆਪਾਂ ਤਸਵੀਰ ਦੇਖ ਕੇ ਕਹਿੰਦੇ ਹਾਂ ਵਾਹ ਕਿਆ ਕਮਾਲ ਦੀ ਤਸਵੀਰ ਹੈ, ਬਈ ਬੜੀ ਖੂਬਸੂਰਤ ਤਸਵੀਰ ਹੈ, ਬੜੀ ਕਮਾਲ ਦੀ ਤਸਵੀਰ ਹੈ। ਦਿਲ ਹੀ ਨਹੀਂ ਕਰਦਾ ਅੱਖਾਂ ਪਾਸੇ ਕਰਨ ਨੂੰ, ਜੀ ਕਰਦਾ ਤਸਵੀਰ ਨੂੰ ਦੇਖੀ ਜਾਈਏ, ਦੇਖੀ ਜਾਈਏ। ਚਲੋ ਕੋਈ ਮਾੜੀ ਗੱਲ ਨਹੀਂ ਗੁਰੂ ਪਿਆਰਿਓ ਤਸਵੀਰ ਦੀ ਉਪਮਾ ਕਰਨੀ, ਪਰ ਤਸਵੀਰ ਨੂੰ ਬਣਾਉਣ ਵਾਲੇ ਦੀ ਗੁਰੂ ਪਿਆਰਿਓ ਵਡਿਆਈ ਨਾ ਕਰਨੀ, ਇਹ ਉਹਦੇ ਨਾਲ ਨਾ ਇਨਸਾਫੀ। ਇਵੇਂ ਇਸ ਜਗਤ ਰੂਪੀ ਤਸਵੀਰ ਨੂੰ ਬਣਾਇਆ ਅਕਾਲ ਪੁਰਖ ਨੇ, ਤੇ ਉਸ ਅਕਾਲ ਪੁਰਖ ਦੀ ਉਪਮਾ ਗੁਰੂ ਪਿਆਰਿਓ ਕਰਨੀ ਜਿਹੜੀ ਹੈ, ਇਹ ਪਰਮਾਤਮਾ ਦੇ ਭਗਤ ਦਾ ਮੁੱਖ ਕਰਤੱਵ ਹੁੰਦਾ ਹੈ, ਮੁੱਖ ਫਰਜ਼ ਹੁੰਦਾ ਹੈ। ਆਪਣੀ ਕਿਰਤ ਵੀ ਕਰਦਾ ਹੈ, ਜਿਹੜੀ ਵੀ ਕਿਰਤ ਗੁਰੂ ਪਿਆਰਿਓ ਉਸ ਦੇ ਜਿੰਮੇ ਪਈ ਹੈ, ਆਪਣੀ ਕਿਰਤ ਨੂੰ ਵੀ ਕਰਦਾ ਹੈ, ਪਰ ਨਾਲ ਉਹ ਕਰਤਾਰ ਦੀ ਸਿਫਤ ਕਰਦਾ ਹੈ, ਵਾਹਿਗੁਰੂ ਦੀ ਸਿਫਤ ਕਰਦਾ ਹੈ। ਵਾਹਿਗੁਰੂ ਦੀ ਸਿਫਤ ਕਰਨੀ, ਕਰਤਾਰ ਦੀ ਸਿਫਤ ਕਰਨੀ, ਇਹ ਗੁਰੂ ਪਿਆਰਿਓ ਧਰਮ ਦਾ ਮਾਰਗ ਹੈ। ਤੇ ਪ੍ਰਮਾਤਮਾ ਦਾ ਭਗਤ ਜਿਹੜਾ ਹੈ ਉਹ ਧਰਮ ਦੇ ਮਾਰਗ ਦੇ ਉੱਤੇ ਚੱਲਦਾ ਹੈ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਗੁਰੂ ਪਿਆਰਿਓ, ਕਿ ਵਾਹਿਗੁਰੂ ਖੁਸ਼ ਹੁੰਦਾ ਹੈ ਆਪਣੀ ਸਿਫਤ ਸੁਣ ਕੇ? ਜੇ ਕੋਈ ਬੰਦਾ ਗੁਰੂ ਪਿਆਰਿਓ ਆਪਣੀ ਸਿਫਤ ਸੁਣ ਕੇ ਖੁਸ਼ ਹੁੰਦਾ ਹੋਵੇ ਨਾ, ਤੇ ਅਸੀਂ ਕਹਿੰਦੇ ਹਾਂ ਬਈ ਇਹ ਤਾਂ ਆਪਣੀ ਚਾਪਲੂਸੀ ਕਰਾਉਣਾ ਚਾਹੁੰਦਾ ਹੈ, ਆਪਣੀ ਉਪਮਾ ਕਰਾਉਣੀ ਚਾਹੁੰਦਾ ਹੈ, ਆਪਣੀ ਵਡਿਆਈ ਕਰਾਉਣੀ ਚਾਹੁੰਦਾ ਹੈ। ਕਿ ਵਾਹਿਗੁਰੂ ਵੀ ਆਪਣੀ ਵਡਿਆਈ ਕਰਾਉਣਾ ਚਾਹੁੰਦਾ? ਨਹੀਂ ਗੁਰੂ ਪਿਆਰਿਓ, ਉਹਨੂੰ ਨਹੀਂ ਜ਼ਰੂਰਤ ਹੈ ਕਿ ਅਸੀਂ ਉਸ ਦੀਆਂ ਵਡਿਆਈਆਂ ਕਰੀਏ। ਫੇਰ ਕਿਉਂ ਕਰਨੀਆਂ ਵਡਿਆਈਆਂ ਜਦੋਂ ਉਹਨੂੰ ਲੋੜ ਨਹੀਂ ਵਡਿਆਈਆਂ ਕਰਾਉਣ ਦੀ, ਸੁਣਨ ਦੀ? ਅਸੀਂ ਆਪਣੀ ਗਰਜ਼ ਨੂੰ ਵਡਿਆਈ ਕਰਨੀ ਹੈ, ਆਪਣੀ ਲੋੜ ਨੂੰ ਵਡਿਆਈ ਕਰਨੀ ਹੈ ਗੁਰੂ ਪਿਆਰਿਓ। ਕਿਉਂ ਲੋੜ ਨੂੰ ਕਰਨੀ? ਇੱਕ ਧਿਆਨ ਦੇਣਾ ਗੁਰੂ ਪਿਆਰਿਓ, ਇਨਸਾਨ ਜਦੋਂ ਵੀ ਕੋਈ ਆਪਣੇ ਮੁਖ ਤੋਂ ਸ਼ਬਦ ਕੱਢਦਾ ਹੈ ਨਾ, ਕਿਸੇ ਗੁਣ ਦਾ ਨਾਂ ਲੈਂਦਾ ਹੈ, ਬਾਰ-ਬਾਰ ਲੈਂਦਾ ਹੈ, ਤੇ ਉਹਦੇ ਅੰਦਰ ਗੁਰੂ ਪਿਆਰਿਓ ਉਹ ਗੁਣਾਂ ਦਾ ਸੰਚਾਰ ਹੁੰਦਾ ਹੈ, ਉਹਨਾਂ ਗੁਣਾਂ ਦਾ ਸੰਚਾਰ ਹੁੰਦਾ ਹੈ। ਜੇ ਬੰਦਾ ਸਾਰਾ ਦਿਨ ਗੁਰੂ ਪਿਆਰਿਓ ਨਿੰਦਿਆ ਸੁਣੀ ਜਾਵੇ, ਨਿੰਦਿਆ ਸੁਣੀ ਜਾਵੇ, ਨਿੰਦਿਆ ਸੁਣੀ ਜਾਵੇ, ਤੇ ਉਹਦੀ ਮਤ ਜਿਹੜੀ ਹੈ ਉਹ ਨਿੰਦਿਆ ਦੇ ਨਾਲ ਭ੍ਰਿਸ਼ਟ ਹੋ ਜਾਂਦੀ। ਜੇ ਬੰਦਾ ਸਾਰਾ ਦਿਨ ਗੰਦੀਆਂ ਗੱਲਾਂ ਸੁਣੀ ਜਾਏ, ਗੰਦੀਆਂ ਗੱਲਾਂ ਸੁਣੀ ਜਾਏ, ਤੇ ਉਹਦੀ ਮਤ ਜਿਹੜੀ ਹੈ ਉਹ ਗੰਦੀ ਹੋ ਜਾਂਦੀ ਹੈ। ਜੇ ਗੰਦੀਆਂ ਗੱਲਾਂ ਸੁਣਨ ਦੇ ਨਾਲ, ਗੰਦੀਆਂ ਗੱਲਾਂ ਕਰਨ ਦੇ ਨਾਲ ਮਤ ਗੰਦੀ ਹੁੰਦੀ ਹੈ, ਤੇ ਫਿਰ ਚੰਗੀਆਂ ਗੱਲਾਂ ਕਰਨ ਦੇ ਨਾਲ ਤੇ ਚੰਗੀਆਂ ਗੱਲਾਂ ਸੁਣਨ ਦੇ ਨਾਲ ਮਤ ਚੰਗੀ ਵੀ ਤਾਂ ਹੁੰਦੀ ਹੈ ਨਾ ਗੁਰੂ ਪਿਆਰਿਓ, ਮਤ ਚੰਗੀ ਵੀ ਤਾਂ ਹੁੰਦੀ ਹੈ ਨਾ। ਜਦੋਂ ਅਸੀਂ ਅਕਾਲ ਪੁਰਖ ਦੇ ਗੁਣ ਗਾਉਣੇ ਆ ਨਾ ਗੁਰੂ ਪਿਆਰਿਓ, ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਣ ਕਹੈ ਗੁਣੀ ਸਮਾਵਣਿਆ। ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਜੀਵ ਗੁਣਾਂ ਦੇ ਵਿੱਚ ਸਮਾ ਜਾਂਦਾ ਹੈ, ਗੁਣਾਂ ਦੇ ਵਿੱਚ ਸਮਾ ਜਾਂਦਾ ਹੈ। ਹੁਣ ਜਿਹੜੇ ਪਹਿਲਵਾਨ ਹੁੰਦੇ ਆ ਨਾ ਗੁਰੂ ਪਿਆਰਿਓ, ਪਹਿਲਵਾਨ, ਉਹ ਹਨੂਮਾਨ ਜੀ ਨੂੰ ਆਪਣਾ ਇਸ਼ਟ ਮੰਨ ਕੇ ਪੂਜਾ ਕਰਦੇ ਆ, ਤਾਂ ਕਿ ਉਹ ਉਹਦੇ ਵਰਗੇ ਬਲਵਾਨ ਹੋ ਸਕਣ, ਉਹਨਾਂ ਵਾਂਗ ਤਾਕਤਵਰ ਹੋ ਸਕਣ। ਬੰਦਾ ਜਿਹੋ ਜੇ ਆਪਣੇ ਇਸ਼ਟ ਨੂੰ ਆਰਾਧਦਾ ਹੈ ਨਾ ਗੁਰੂ ਪਿਆਰਿਓ, ਉਹੋ ਜਿਹਾ ਹੋ ਜਾਂਦਾ ਹੈ। ਮਹਾਮਾਈ ਕੀ ਪੂਜਾ ਕਰੈ ਨਰ ਸੇ ਨਾਰ ਹੋਏ ਅਵਤਰੈ, ਬਾਣੀ ਦੇ ਵਿੱਚ ਗੁਰੂ ਪਿਆਰਿਓ ਬਚਨ ਹੈ। ਜਦੋਂ ਅਸੀਂ ਇੱਕ ਅਕਾਲ ਪੁਰਖ ਦੀ ਬੰਦਗੀ ਕਰਨੀ ਹੈ, ਇੱਕ ਅਕਾਲ ਪੁਰਖ ਨੂੰ ਧਿਆਉਣਾ ਹੈ, ਤੇ ਉਹਦੇ ਗੁਣਾਂ ਦਾ ਅਸੀਂ ਬਾਰ-ਬਾਰ ਗਾਇਨ ਕਰਨਾ ਹੈ ਕਿ ਉਹ ਨਿਰਭੈ ਹੈ, ਉਹ ਨਿਰਵੈਰ ਹੈ, ਉਹ ਨਿਰਭਉ ਹੈ, ਉਹ ਅਕਾਲ ਹੈ, ਤਾਂ ਇਹ ਗੁਣ ਸਾਡੇ ਅੰਦਰ ਵੀ ਗੁਰੂ ਪਿਆਰਿਓ ਆਉਂਦੇ ਹੈ। ਅਸੀਂ ਇਸ ਕਰਕੇ ਅਕਾਲ ਪੁਰਖ ਦੀ ਉਪਮਾ ਕਰਨੀ, ਇਸ ਕਰਕੇ ਵਾਹਿਗੁਰੂ ਦੀ ਅਸੀਂ ਵਡਿਆਈ ਕਰਨੀ। ਕਿਸੇ ਮਨੁੱਖ ਦਾ ਗੁਰੂ ਪਿਆਰਿਓ ਪਿਤਾ ਬਹਾਦਰ ਹੁੰਦਾ ਹੈ, ਉਹ ਮਨੁੱਖ ਜਿਹੜਾ ਹੈ ਆਪਣੇ ਪਿਤਾ ਦੀ ਪਰੇ ਪੰਚਾਇਤ ਦੇ ਵਿੱਚ ਵਡਿਆਈ ਕਰਦਾ ਹੈ ਕਿ ਮੇਰਾ ਪਿਤਾ ਬਹੁਤ ਬਹਾਦਰ ਸੀ, ਮੇਰਾ ਪਿਤਾ ਬਹੁਤ ਬਹਾਦਰ ਸੀ, ਤੇ ਫਿਰ ਉਹ ਖੁਦ ਵੀ ਬਹਾਦਰ ਬਣਨ ਦਾ ਯਤਨ ਕਰਦਾ ਹੈ ਵੀ ਕਿਤੇ ਉੱਠ ਕੇ ਕੋਈ ਇਹ ਨਾ ਕਹਿ ਦੇ ਵੀ ਤੇਰਾ ਪਿਤਾ ਤਾਂ ਬਹਾਦਰ ਸੀ ਤੇ ਤੂੰ ਕਾਇਰ। ਵੀ ਜੇ ਉਹਦੇ ਵਰਗਾ ਹੂਬਹੂ ਨਹੀਂ ਤੇ ਮਾੜਾ ਮੋਟਾ ਤਾਂ ਮੈਂ ਬਹਾਦਰੀ ਦਾ ਗੁਣ ਧਾਰਾਂ ਨਾ। ਪੁੱਤਰ ਜਿਹੜਾ ਹੁੰਦਾ ਹੈ ਉਹ ਆਪਣੇ ਪਿਤਾ ਜਿਹਾ ਬਣਨ ਦਾ ਯਤਨ ਕਰਦਾ ਹੈ, ਆਪਣੇ ਪਿਤਾ ਦੇ ਗੁਣਾਂ ਨੂੰ ਗਾ ਕੇ। ਤੇ ਸਾਡਾ ਪਿਤਾ ਜਿਹੜਾ ਹੈ ਉਹ ਅਕਾਲ ਪੁਰਖ ਹੈ,
ਅਕਾਲ ਪੁਰਖ ਦੇ ਗੁਣ ਹੈ, ਅਸੀਂ ਝੂਠੀ ਉਪਮਾ ਨਹੀਂ ਕਰਨੀ ਗੁਰੂ ਪਿਆਰਿਓ। ਵਾਹਿਗੁਰੂ ਦੀ ਉਪਮਾ ਕੋਈ ਝੂਠੀ ਉਪਮਾ ਨਹੀਂ ਹੈ। ਜੇ ਅਸੀਂ ਵਾਹਿਗੁਰੂ ਨੂੰ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੂੰ ਨਿਰਭਉ ਹੈ, ਤੇ ਉਹ ਨਿਰਭਉ ਹੈ, ਉਹਦੀ ਨਿਰਭੈਤਾ ਇਸ ਬ੍ਰਹਮਾਂਡ 'ਚ ਦਿਸਦੀ ਹੈ। ਜੇ ਅਸੀਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੂੰ ਨਿਰਵੈਰ ਹੈ, ਤੇ ਉਹ ਨਿਰਵੈਰ ਹੈ, ਉਹਦੀ ਨਿਰਵੈਰਤਾ ਸਾਰੇ ਜਗਤ ਦੇ ਵਿੱਚ ਦਿਸਦੀ ਹੈ। ਜੇ ਅਸੀਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੇਰਾ ਕੋਈ ਮੂਰਤ ਨਹੀਂ ਹੈ, ਤੇ ਵਾਕਈ ਉਸ ਅਕਾਲ ਪੁਰਖ ਦੀ ਕੋਈ ਮੂਰਤ ਨਹੀਂ ਹੈ। ਜੇ ਅਸੀਂ ਕਹਿੰਦੇ ਹਾਂ ਹੇ ਵਾਹਿਗੁਰੂ ਤੂੰ ਕਾਲ ਤੋਂ ਪਰੇ ਹੈ, ਅਕਾਲ ਹੈ, ਤੇ ਵਾਕਈ ਅਕਾਲ ਪੁਰਖ ਕਾਲ ਤੋਂ ਪਰੇ ਹੈ। ਤਾਂ ਅਸੀਂ ਉਹਦੇ ਗੁਣ ਗਾਉਣੇ ਆ। ਉਹਦੇ ਗੁਣ ਗਾਉਣਾ ਗੁਰੂ ਪਿਆਰਿਓ ਜਿਹੜਾ ਹੈ ਇਹ ਧਰਮ ਤੇ ਮਾਰਗ ਦੇ ਉੱਤੇ ਤੁਰਨਾ ਹੈ। ਜਦੋਂ ਕੋਈ ਮਨੁੱਖ ਧਰਮ ਦੇ ਮਾਰਗ ਦੇ ਉੱਤੇ ਚੱਲਦਾ ਹੈ ਨਾ ਗੁਰੂ ਪਿਆਰਿਓ, ਤੇ ਜਿਹੜੇ ਅਧਰਮ ਦੇ ਮਾਰਗ ਦੇ ਉੱਤੇ ਚੱਲਦੇ ਹੁੰਦੇ ਆ, ਉਹ ਸੁਭਾਵਿਕ ਹੀ ਗੁਰੂ ਪਿਆਰਿਓ ਉਹਦੇ ਵਿਰੋਧੀ ਬਣ ਜਾਂਦੇ ਆ, ਉਹਦੇ ਵਿਰੋਧੀ ਬਣ ਜਾਂਦੇ ਆ। ਕਿਉਂਕਿ ਸੰਸਾਰ ਦੇ ਵਿੱਚ ਦੋ ਹੀ ਰਸਤੇ ਨੇ, ਇੱਕ ਧਰਮ ਦਾ ਮਾਰਗ ਹੈ, ਇੱਕ ਪਾਪ ਦਾ ਮਾਰਗ ਹੈ, ਅਧਰਮ ਦਾ ਮਾਰਗ ਹੈ, ਕੂੜ ਦਾ ਮਾਰਗ ਹੈ। ਜਿਹੜਾ ਧਰਮ ਦੇ ਮਾਰਗ ਤੇ ਚੱਲਦਾ ਹੈ ਗੁਰੂ ਪਿਆਰਿਓ, ਸੁਭਾਵਿਕ ਹੀ ਅਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਜਿਹੜੇ ਨੇ ਉਹਦੇ ਵੈਰੀ ਬਣ ਜਾਂਦੇ ਨੇ, ਵੀ ਇਹ ਧਰਮ ਦੇ ਮਾਰਗ ਤੇ ਕਿਉਂ ਚੱਲ ਰਿਹਾ, ਇਹ ਧਰਮ ਦੇ ਮਾਰਗ ਤੇ ਕਿਉਂ ਚੱਲ ਰਿਹਾ, ਇਹ ਸਾਡੇ ਵਾਂਗ ਪਾਪ ਦੇ ਮਾਰਗ ਦੇ ਉੱਤੇ ਕਿਉਂ ਨਹੀਂ ਚੱਲਦਾ, ਕਿਉਂ ਨਹੀਂ ਚੱਲਦਾ ਸਾਡੇ ਵਾਂਗ ਪਾਪ ਦੇ ਮਾਰਗ। ਜਿਵੇਂ ਗੁਰੂ ਪਿਆਰੇ ਮਨੁੱਖ ਦਾ ਸੁਭਾਅ ਹੈ ਨਾ, ਬੱਚਾ ਕੋਈ ਕਲਾਸ ਦੇ ਵਿੱਚ ਹੁਸ਼ਿਆਰ ਹੋਵੇ ਨਾ ਗੁਰੂ ਪਿਆਰੇ, ਉਹ ਪੜ੍ਹਾਈ ਦੇ ਵਿੱਚ ਪੜ੍ਹਨ ਦੇ ਵਿੱਚ ਪੂਰਾ ਨਿਪੁੰਨ ਹੋਵੇ, ਨਾਲ ਦੇ ਬੱਚੇ ਜਿਹੜੇ ਆ ਇਹ ਨਹੀਂ ਕਈ ਵਾਰੀ ਸੋਚਦੇ ਵੀ ਅਸੀਂ ਵੀ ਇਹਦੇ ਵਰਗੇ ਨਿਪੁੰਨ ਬਣੀਏ, ਇਹ ਸੋਚਦੇ ਆ ਵੀ ਇਹ ਵੀ ਸਾਡੇ ਵਰਗਾ ਹੋ ਜੇ, ਫਿਰ ਸਾਨੂੰ ਤਸੱਲੀ ਮਿਲੂਗੀ, ਫਿਰ ਸਾਨੂੰ ਚੈਨ ਮਿਲੂਗਾ। ਇਹ ਨਹੀਂ ਸੋਚਦੇ ਵੀ ਅਸੀਂ ਵੀ ਇਹਦੇ ਵਰਗੇ ਬਣ ਜਾਈਏ, ਉਹ ਇਹ ਸੋਚਦੇ ਵੀ ਇਹ ਸਾਡੇ ਵਰਗਾ ਬਣ ਜੇ, ਫੇਰ ਸਾਡੀ ਇੱਜ਼ਤ ਰਹੂਗੀ। ਨਹੀਂ ਤਾਂ ਸਾਡੇ ਮਾਂ-ਬਾਪ ਨੇ ਇਹੋ ਹੀ ਕਹਿੰਦੇ ਰਹਿਣਾ ਵੀ ਉਹਨਾਂ ਦਾ ਜਵਾਕ ਬਹੁਤ ਹੁਸ਼ਿਆਰ ਹੈ ਤੇ ਤੂੰ ਕੀ ਕਰਦਾ। ਜੇ ਸਾਡੇ 50 ਨੰਬਰ ਆਏ ਤੇ ਇਹਦੇ ਵੀ 50 ਹੀ ਆਉਣ, ਜੇ ਸਾਡੇ 30 ਨੰਬਰ ਆਏ ਤੇ ਇਹਦੇ ਵੀ 30 ਆਉਣ। ਇਹ ਨਾ ਹੋਵੇ ਸਾਡੇ 30 ਆ ਜਾਣ ਤੇ ਇਹਦੇ 70 ਆ ਜਾਣ, ਫੇਰ ਸਾਡੇ 76 ਪੈਣ। ਇਹ ਮਨੁੱਖ ਦਾ ਸੁਭਾਅ ਹੈ ਗੁਰੂ ਪਿਆਰਿਓ। ਤਾਂ ਜਿਹੜੇ ਧਰਮ ਦੇ ਮਾਰਗ ਦੇ ਉੱਤੇ ਤੁਰਦੇ ਆ ਨਾ ਗੁਰੂ ਪਿਆਰਿਓ, ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆ, ਕੂੜ ਦੇ ਮਾਰਗ ਦੇ ਉੱਤੇ ਚੱਲਣ ਵਾਲੇ, ਝੂਠ ਦੇ ਮਾਰਗ ਦੇ ਉੱਤੇ ਚੱਲਣ ਵਾਲੇ ਸੁਤੇ ਸਿੱਧੀ ਗੁਰੂ ਪਿਆਰਿਓ ਉਹਨਾਂ ਨੂੰ ਆਪਣਾ ਦੁਸ਼ਮਣ ਮੰਨਦੇ, ਸੁਤੇ ਸਿੱਧੀ ਐਵੇਂ ਹੀ ਦੁਸ਼ਮਣ ਬਣਾ ਲੈਂਦੇ, ਤੇ ਫਿਰ ਉਹਨਾਂ ਨੂੰ ਕੂੜ ਦੇ ਮਾਰਗ ਤੇ ਉੱਤੇ ਲਿਆਉਣ ਵਾਸਤੇ ਯਤਨ ਵੀ ਕਰਦੇ। ਕਿਵੇਂ ਯਤਨ ਕਰਦੇ ਆ? ਉਹਨਾਂ ਨੂੰ ਗੁੰਮਰਾਹ ਕਰਦੇ ਆ ਗੁਰੂ ਪਿਆਰਿਓ। ਕਿਵੇਂ ਗੁੰਮਰਾਹ ਕਰਦੇ ਆ? ਕਹਿੰਦੇ ਜੀ ਆ ਜਿਹੜੇ ਰਾਹ ਤੇ ਤੁਸੀਂ ਚੱਲ ਰਹੇ ਹੋ ਇਹ ਤਾਂ ਰਾਹ ਜਾਂਦਾ ਹੀ ਨਹੀਂ ਹੈ ਮੰਜ਼ਿਲ ਤੇ ਤੁਹਾਡੀ, ਤੇ ਇਹ ਤਾਂ ਰਾਹ ਕੱਚਾ। ਦੇਖੋ ਆਪ ਕੱਚੇ ਰਾਹ ਤੇ ਚੱਲਦੇ ਹੁੰਦੇ ਆ, ਪੱਕੇ ਰਾਹ ਦੇ ਉੱਤੇ ਤੁਰਨ ਵਾਲੇ ਨੂੰ ਗੁੰਮਰਾਹ ਕਰਕੇ ਕਹਿੰਦੇ ਵੀ ਤੁਸੀਂ ਕੱਚੇ ਰਾਹ ਤੇ ਚੱਲ ਰਹੇ ਹੋ, ਤੁਸੀਂ ਕੱਚੇ ਰਾਹ ਤੇ ਚੱਲ ਰਹੇ ਹੋ। ਤੇ ਕਈ ਗੁਰੂ ਪਿਆਰਿਓ ਕੱਚੇ ਹੁੰਦੇ ਆ, ਜਿਹੜੇ ਕੱਚੇ ਹੁੰਦੇ ਆ ਨਾ ਉਹਨਾਂ ਕੋਲੇ ਜੇ 100 ਵਾਰ ਝੂਠ ਬੋਲ ਗਏ ਨਾ ਤੇ ਉਹ ਸੱਚ ਲੱਗਣ ਲੱਗ ਜਾਂਦਾ ਉਹਨਾਂ ਨੂੰ, ਕਿਤੇ ਸੱਚਾ ਹੀ ਨਾ ਹੋਵੇ ਯਾਰ, ਤੇ ਮਾਰਗ ਛੱਡ ਬਹਿੰਦੇ ਆ। ਪੱਕਾ ਮਾਰਗ ਛੱਡ ਕੇ ਕੱਚੇ ਮਾਰਗ ਦੇ ਉੱਤੇ ਆ ਜਾਂਦੇ ਆ। ਪਰ ਜਿਹੜੇ ਦ੍ਰਿੜਤਾ ਦੇ ਨਾਲ ਚੱਲਦੇ ਆ, ਜਿਹੜੇ ਭਰੋਸੇ ਨਾਲ ਚੱਲਦੇ ਆ, ਜਿਹੜੇ ਵਿਸ਼ਵਾਸ ਨਾਲ ਚੱਲਦੇ ਆ, ਉਹ ਗੁਰੂ ਪਿਆਰਿਓ ਫਿਰ ਕੂੜ ਦੇ ਮਾਰਗ ਦੇ ਉੱਤੇ ਚੱਲਣ ਵਾਲਿਆਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਉਹ ਆਪਣਾ ਨਿਰੰਤਰ ਜਿਹੜਾ ਹੈ ਉਹ ਤੁਰੇ ਜਾਂਦੇ ਆ, ਤੁਰੇ ਜਾਂਦੇ ਆ, ਤੁਰੇ ਜਾਂਦੇ ਆ, ਤੇ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਦੂਜੀ ਪੰਕਤੀ 'ਚ ਕੀ ਕਹਿੰਦੇ ਆ? ਦੂਜੀ ਪੰਕਤੀ 'ਚ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ। ਜੇ ਕੋਈ ਨਿੰਦਾ ਕਰਦਾ ਹੈ, ਕਿਹਦੀ ਨਿੰਦਿਆ ਕਰਦਾ ਹੈ? ਕਹਿੰਦੇ ਹਰ ਜਨ ਕੀ, ਵਾਹਿਗੁਰੂ ਦੇ ਭਗਤਾਂ ਦੀ। ਕਿਹੜੇ ਵਾਹਿਗੁਰੂ ਦੇ ਭਗਤਾਂ ਦੀ? ਰਾਮ ਨਾਮ ਗੁਣ ਗਾਵੇ, ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ। ਕੱਲੇ ਉਹ ਨਹੀਂ ਗੁਰੂ ਪਿਆਰਿਓ ਜਿਹੜੇ ਨਾਮ ਦੇ ਹੀ ਭਗਤ ਹੈ, ਜਿਹੜੇ ਵਾਕਈ ਗੁਰੂ ਪਿਆਰਿਓ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ। ਕਹਿੰਦੇ ਸੰਸਾਰ ਜੇ ਉਹਨਾਂ ਦੀ ਨਿੰਦਿਆ ਵੀ ਕਰਦਾ ਨਾ, ਤੇ ਕਹਿੰਦੇ ਆਪਣਾ ਗੁਣ ਨਾ ਗਵਾਵੇ। ਉਹ ਆਪਦਾ ਗੁਣ ਨਹੀਂ ਗਵਾਉਂਦੇ, ਉਹ ਆਪਦਾ ਸੁਭਾਅ ਨਹੀਂ ਤਿਆਗਦੇ। ਕਿਹੜਾ ਸੁਭਾਅ ਨਹੀਂ ਤਿਆਗਦੇ, ਕਿਹੜਾ ਗੁਣ ਨਹੀਂ ਗਵਾਉਂਦੇ? ਵਾਹਿਗੁਰੂ ਦੀ ਬੰਦਗੀ ਕਰਨ ਵਾਲਾ, ਵਾਹਿਗੁਰੂ ਦੀ ਬੰਦਗੀ ਕਰਨ ਵਾਲਾ। ਜੇ ਕੋਈ ਗੁਰੂ ਪਿਆਰਿਓ ਸ਼ਰਾਬ ਤੋਂ, ਨਸ਼ੇ ਤੋਂ ਰਹਿਤ ਹੋਵੇ,
ਤੇ ਉਹਨੂੰ ਗੁਰੂ ਪਿਆਰਿਓ ਉਹਦੇ ਦੋਸਤ ਮਿੱਤਰ ਜਿਹੜੇ ਹੈ ਉਹਨੂੰ ਕਹਿਣ ਵੀ ਪੀ ਲਾ ਥੋੜੀ ਜੀ, ਨਸ਼ਾ ਕਰ ਲਾ ਥੋੜਾ ਜਾ, ਤੂੰ ਤਾਂ ਆਏ ਐ, ਤੂੰ ਤਾਂ ਵਾਹ ਐ, ਤੂੰ ਤਾਂ ਆਏ ਐ, ਤੂੰ ਤਾਂ ਵਾਹ ਐ। ਤੇ ਗੁਰੂ ਪਿਆਰਿਓ ਜਿਹੜਾ ਦ੍ਰਿੜਤਾ ਦੇ ਨਾਲ ਪਹਿਰਾ ਦਿੰਦਾ ਨਾ ਆਪਣੇ ਇਸ ਗੁਰੂ ਪਿਆਰਿਓ ਸੋਚ ਦੇ ਉੱਤੇ ਕਿ ਮੈਂ ਨਸ਼ਾ ਨਹੀਂ ਕਰਨਾ, ਉਹ ਫਿਰ ਆਪਣੇ ਇਹੋ ਜਿਹੇ ਗੁਰੂ ਪਿਆਰਿਓ ਮਿੱਤਰਾਂ ਦੀ ਪਰਵਾਹ ਨਹੀਂ ਕਰਦਾ, ਨਾ ਉਹਨਾਂ ਦੇ ਬੋਲਾਂ ਦੀ ਪਰਵਾਹ ਕਰਦਾ ਹੈ, ਨਾ ਉਹਨਾਂ ਦੀ ਨਿੰਦਿਆ ਦੀ ਪਰਵਾਹ ਕਰਦਾ ਹੈ, ਨਾ ਉਹਨਾਂ ਦੀ ਉਪਮਾ ਦੀ ਪਰਵਾਹ ਕਰਦਾ ਹੈ। ਉਹ ਗੁਰੂ ਪਿਆਰਿਓ ਨਸ਼ੇ ਤੋਂ ਰਹਿਤ ਹੀ ਰਹਿੰਦਾ। ਤੇ ਜਿਹੜਾ ਕੱਚਾ ਪਿੱਲਾ ਹੁੰਦਾ ਗੁਰੂ ਪਿਆਰਿਓ ਡੋਲ ਜਾਂਦਾ, ਕੱਚਾ ਪਿੱਲਾ ਡੋਲ ਜਾਂਦਾ, ਡੋਲ ਕੇ ਗੁਰੂ ਪਿਆਰਿਓ ਫਿਰ ਨਸ਼ੇ ਪੱਤੇ ਦਾ ਧਾਰਨੀ ਬਣ ਜਾਂਦਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਕੋਈ ਨੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਉਹ ਆਪਦਾ ਸੁਭਾਅ ਨਹੀਂ ਤਿਆਗਦਾ। ਗੁਰੂ ਪਿਆਰਿਓ ਭਗਤ ਕਬੀਰ ਜੀ ਸੀ ਨਾ ਗੁਰੂ ਪਿਆਰਿਓ, ਵੱਡੇ ਮਹਾਪੁਰਖ, ਉਹ ਬੰਦਗੀ ਕਰਦੇ ਸੀ। ਕੀ ਕਰਦੇ ਸੀ ਬਨਾਰਸ ਦੇ ਵਿੱਚ? ਉਹ ਬੰਦਗੀ ਕਰਦੇ ਸੀ। ਕਿਹਦੀ ਬੰਦਗੀ ਕਰਦੇ ਸੀ? ਉਹ ਬੰਦੇ ਦੀ ਬੰਦਗੀ ਨਹੀਂ ਕਰਦੇ ਸੀ, ਉਹ ਕਰਤਾਰ ਦੀ ਬੰਦਗੀ ਕਰਦੇ ਸੀ। ਜਿਹੜਾ ਕੋਈ ਕੋਲ ਆਉਂਦਾ ਉਹਨੂੰ ਬੰਦਗੀ ਕਰਨ ਦੀ ਸਿੱਖਿਆ ਦਿੰਦੇ ਸੀ। ਜੇ ਕੋਈ ਕੋਲ ਆ ਕੇ ਬੈਠਦਾ ਉਹਨੂੰ ਵਾਹਿਗੁਰੂ ਦੀ ਭਗਤੀ ਕਰਨ ਦੀ ਉਹ ਪ੍ਰੇਰਨਾ ਦਿੰਦੇ ਸੀ। ਤੇ ਕੁਝ ਜਿਹੜੇ ਉੱਚ ਜਾਤੀਏ ਲੋਕ ਸੀ ਨਾ ਗੁਰੂ ਪਿਆਰਿਓ, ਹੰਕਾਰ ਦੇ ਮਾਰੇ ਉਹਨਾਂ ਨੂੰ ਭਗਤ ਕਬੀਰ ਜੀ ਦਾ ਜਿਹੜਾ ਬੰਦਗੀ ਕਰਨਾ ਸੀ ਨਾ ਉਹ ਚੰਗਾ ਨਹੀਂ ਸੀ ਲੱਗਦਾ। ਕਿਉਂ ਚੰਗਾ ਨਹੀਂ ਸੀ ਲੱਗਦਾ? ਉਹ ਕਹਿੰਦੇ ਸਾਡੇ ਧਰਮ ਗ੍ਰੰਥਾਂ 'ਚ ਲਿਖਿਆ ਕਿ ਸ਼ੂਦਰ ਭਗਤੀ ਨਹੀਂ ਕਰ ਸਕਦਾ। ਸਾਡੇ ਧਰਮ ਗ੍ਰੰਥਾਂ 'ਚ ਲਿਖਿਆ ਹੈ ਕਿ ਸ਼ੂਦਰ ਭਗਤੀ ਨਹੀਂ ਕਰ ਸਕਦਾ, ਤੇ ਇਹ ਭਗਤੀ ਕਿਵੇਂ ਕਰ ਸਕਦੇ ਆ? ਤਾਂ ਸ਼ੂਦਰ ਹੈ। ਇਸ ਕਰਕੇ ਗੁਰੂ ਪਿਆਰਿਓ ਜਿਹੜੇ ਉੱਥੇ ਉੱਚ ਜਾਤੀਏ ਹੰਕਾਰ ਦੇ ਧਾਰਨੀ ਲੋਕ ਸੀ ਨਾ, ਉਹ ਭਗਤ ਕਬੀਰ ਜੀ ਦੀ ਮੁਖਾਲਫਤ ਕਰਦੇ ਰਹਿੰਦੇ ਸੀ, ਵਿਰੋਧਤਾ ਕਰਦੇ ਰਹਿੰਦੇ ਸੀ, ਨਿੰਦਿਆ ਕਰਦੇ ਰਹਿੰਦੇ ਸੀ। ਔਰ ਭਗਤ ਕਬੀਰ ਜੀ ਨੂੰ ਗੁਰੂ ਪਿਆਰਿਓ ਚਲਦਿਆਂ ਚਲਦਿਆਂ ਡੇਗਣ ਦਾ ਯਤਨ ਬਹੁਤ ਕਰਦੇ ਸੀ, ਬੜੇ ਯਤਨ ਕੀਤੇ, ਪਰ ਕਾਮਯਾਬ ਨਾ ਹੋਏ। ਗੁਰੂ ਪਿਆਰਿਓ ਇੱਕ ਮਹਾਤਮਾ ਤੋਂ ਭਗਤ ਕਬੀਰ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਘਟਨਾ ਸੁਣੀ ਗੁਰੂ ਪਿਆਰਿਓ। ਇੱਕ ਵਾਰੀ ਕਹਿੰਦੇ ਹੰਕਾਰ ਦੇ ਵਿੱਚ ਮੱਤੇ, ਕਾਹਦੇ ਹੰਕਾਰ ਦੇ ਵਿੱਚ ਮੱਤੇ? ਆਪਣੀ ਉੱਚੀ ਜਾਤੀ ਦੇ ਹੰਕਾਰ ਦੇ ਵਿੱਚ ਮੱਤੇ ਲੋਕਾਂ ਨੇ ਭਗਤ ਕਬੀਰ ਜੀ ਨੂੰ ਡੇਗਣ ਦਾ ਜਿਹੜਾ ਸੀ ਨਾ ਉਹ ਪ੍ਰੋਗਰਾਮ ਬਣਾ ਲਿਆ ਵੀ ਇਹਨਾਂ ਨੂੰ ਡੇਗੀਏ। ਕਿਵੇਂ ਡੇਗੀਏ? ਅਸੀਂ ਤਾਂ ਗੰਦੇ ਹਾਂ ਹੀ ਹਾਂ, ਇਹਨਾਂ ਨੂੰ ਗੰਦੇ ਕਰੀਏ। ਕਹਿੰਦੇ ਵੀ ਕਿਵੇਂ ਗੰਦੇ ਕਰ ਸਕਦੇ ਆ? ਕਹਿੰਦੇ ਇਉਂ ਕਰਦੇ ਆ, ਆਪਾਂ ਇਹਨਾਂ ਤੇ ਦੋਸ਼ ਲਾਉਣੇ ਆ, ਇਹਨਾਂ ਦੇ ਕੋਈ ਦੋਸ਼ ਲਾਉਣੇ ਆ, ਕਹਿੰਦੇ ਫੇਰ ਗੰਦੇ ਹੋਣਗੇ। ਪ੍ਰੋਗਰਾਮ ਬਣਾ ਲਿਆ। ਇੱਕ ਚੌਂਕ ਦੇ ਵਿੱਚ ਗੁਰੂ ਪਿਆਰਿਓ ਜਿੱਥੋਂ ਦੀ ਭਗਤ ਜੀ ਆਪਣੇ ਸ਼ਿਸ਼ਾਂ ਦੇ ਸਹਿਤ, ਆਪਣੇ ਚੇਲਿਆਂ ਦੇ ਸਹਿਤ ਜਾਂਦੇ ਸੀ ਨਾ, ਲੰਘਦੇ ਸੀ, ਉਸ ਚੌਂਕ ਦੇ ਵਿੱਚ ਖੜ ਗਏ ਤੇ ਇੱਕ ਔਰਤ ਜਿਹੜੀ ਸੀ ਨਾ ਪੈਸੇ ਦੇ ਕੇ ਉਹ ਗੁਰੂ ਪਿਆਰਿਓ ਪ੍ਰੇਰ ਲਿਆਂਦੀ। ਉਹਨੂੰ ਕਿਹਾ ਵੀ ਜਦੋਂ ਭਗਤ ਜੀ ਲੰਘਣ ਲੱਗੇ ਨਾ ਤੇ ਤੂੰ ਕਹਿੰਦੇ ਰੌਲਾ ਪਾ ਦੇਣਾ ਹੈ ਵੀ ਇਹ ਭਗਤ ਕਬੀਰ ਜੀ ਜਿਹੜੇ ਨੇ ਇਹ ਮੇਰੇ ਨਾਲ ਜ਼ਬਰਦਸਤੀ ਕਰਦੇ। ਕਹਿੰਦੀ ਠੀਕ ਹੈ, ਪੈਸੇ ਲਏ ਸੀ। ਜਦੋਂ ਭਗਤ ਜੀ ਚੌਕ ਦੇ ਵਿੱਚੋਂ, ਚੁਰਾਹੇ ਦੇ ਵਿੱਚੋਂ ਗੁਜ਼ਰਨ ਲੱਗੇ ਨਾ, ਕਹਿੰਦੇ ਉਸ ਔਰਤ ਨੇ ਰੌਲਾ ਪਾਤਾ, ਲੋਕ ਇਕੱਠੇ ਹੋ ਗਏ। ਕੀ ਹੋ ਗਿਆ ਭਾਈ? ਕਹਿੰਦੇ ਜੀ ਭਗਤ ਜੀ ਮੇਰੇ ਨਾਲ ਜ਼ਬਰਦਸਤੀ ਕਰਦੇ। ਲੋਕ ਕਹਿਣ ਲੱਗੇ ਕਮਾਲ ਹੋ ਗਈ, ਤੁਸੀਂ ਭਗਤ ਹੋ ਕੇ ਆਹ ਕੰਮ ਕਰਦੇ ਹੋ। ਇੱਥੋਂ ਤੱਕ ਕਿ ਜਿਹੜੇ ਨਾਲ ਚੇਲੇ ਬਾਲ ਕੇ ਸੀ ਨਾ ਗੁਰੂ ਪਿਆਰਿਓ, ਉਹ ਵੀ ਕਹਿਣ ਲੱਗ ਪਏ ਭਗਤ ਜੀ ਇਹ ਤਾਂ ਤੁਸੀਂ ਚੰਗਾ ਨਹੀਂ ਕੀਤਾ, ਤੇ ਭਗਤ ਕਬੀਰ ਜੀ ਦਾ ਸਾਥ ਛੱਡ ਕੇ ਤੁਰ ਪਏ। ਭਗਤ ਕਬੀਰ ਜੀ ਕਹਿੰਦੇ ਹੁਣ ਫਿਰ ਕੀ ਕਰਨਾ ਚਾਹੀਦਾ? ਤੇ ਉਹ ਜਿਹੜੇ ਜਾਤੀ ਅਭਿਮਾਨ ਦੇ ਵਿੱਚ ਮੱਤੇ ਲੋਕ ਸੀ ਨਾ, ਉਹ ਭਗਤ ਜੀ ਨੂੰ ਕਹਿਣ ਲੱਗੇ ਤੁਸੀਂ ਇਸ ਔਰਤ ਨਾਲ ਜ਼ਬਰਦਸਤੀ ਕੀਤੀ ਹੈ, ਇਸ ਔਰਤ ਨੂੰ ਹੁਣ ਪਤਨੀ ਬਣਾ ਕੇ ਘਰੇ ਰੱਖਣਾ ਪਊ। ਕਹਿੰਦੇ ਸਤ ਬਚਨ, ਚਲੋ ਭਾਈ। ਔਰਤ ਨੂੰ ਘਰੇ ਲੈ ਗਏ। ਜਦੋਂ ਘਰੇ ਲੈ ਗਏ ਤੇ ਫਿਰ ਘਰ ਦੇ ਵਿੱਚ ਜੋ ਰੁੱਖਾ ਮਿੱਸਾ ਬਣਾਇਆ ਸੀ ਭਗਤ ਕਬੀਰ ਜੀ ਦੀ ਪਤਨੀ ਨੇ, ਉਸ ਔਰਤ ਦੇ ਅੱਗੇ ਰੱਖਤਾ। ਹੁਣ ਉਹ ਖਾਂਦੀ ਸੀ ਬਹੁਤ ਵਧੀਆ ਪਕਵਾਨ ਤੇ ਘਰ ਦੇ ਵਿੱਚੋਂ ਮਿਲਿਆ ਰੁੱਖਾ ਮਿੱਸਾ। ਪਤਨੀ ਵੀ ਬੜੀ ਸਹਿਜ ਵਾਲੀ ਭਗਤ ਜੀ ਦੀ, ਉਹਨੇ ਵੀ ਕੋਈ ਉਜ਼ਰ ਨਾ ਕੀਤਾ ਕਿ ਇਹ ਇਸਤਰੀ ਕੌਣ ਹੈ, ਕਿਵੇਂ ਆਈ ਹੈ। ਕਹਿੰਦੇ ਭਗਤ ਕਬੀਰ ਜੀ ਨੇ ਇਕਾਂਤ ਚਿੱਤ ਹੋ ਕੇ ਬੰਦਗੀ ਕੀਤੀ, ਭਗਤੀ ਕੀਤੀ। ਤੇ ਜਦੋਂ ਬੰਦਗੀ ਕਰਦਿਆਂ ਉਸ ਔਰਤ ਨੇ ਦੇਖਿਆ ਨਾ ਭਗਤ ਜੀ ਨੂੰ, ਕਹਿੰਦੇ ਬਹੁਤ ਪ੍ਰਭਾਵਿਤ ਹੋਈ ਵੀ ਮੈਂ ਇੱਕ ਰੱਬ ਦੇ ਬੰਦੇ ਦੇ ਨਾਲ ਦਗਾ ਕੀਤਾ ਹੈ। ਸਵੇਰ ਹੋਈ ਤੇ ਸਵੇਰ ਜਦੋਂ ਹੋਈ ਤੇ ਪੈਰ ਫੜ ਲਏ ਭਗਤ ਜੀ ਦੇ, ਕਹਿੰਦੇ ਜੀ ਮੈਨੂੰ ਮਾਫ ਕਰਿਓ,
ਮੈਂ ਤੁਹਾਡੇ ਤੇ ਗਲਤ ਦੋਸ਼ ਲਾਇਆ, ਮੈਨੂੰ ਫਲਾਣੇ ਫਲਾਣੇ ਪੰਡਿਆਂ ਨੇ ਪੈਸੇ ਦਿੱਤੇ ਸੀ ਤੁਹਾਡੇ ਤੇ ਦੋਸ਼ ਲਾਉਣ ਵਾਸਤੇ, ਮੈਨੂੰ ਦੱਸੋ ਹੁਣ ਕੀ ਹੁਕਮ ਹੈ। ਭਗਤ ਜੀ ਕਹਿੰਦੇ ਭਾਈ ਤੂੰ ਜਾਵੜਾ ਆਪਦੇ ਘਰੇ, ਚਲੀ ਜਾ ਆਪਦੇ ਘਰੇ। ਕਹਿੰਦੀ ਨਹੀਂ ਜੀ ਮੈਂ ਘਰੇ ਤਾਂ ਜਾਊਂਗੀ, ਪਰ ਮੈਂ ਉਸੇ ਚੁਰਾਹੇ ਦੇ ਵਿੱਚ ਖੜ ਕੇ ਮੈਂ ਲੋਕਾਂ ਨੂੰ ਦੱਸੂਗੀ ਜ਼ਰੂਰ ਬਈ ਮੇਰੇ ਵੱਲੋਂ ਭਗਤ ਜੀ ਦੇ ਉੱਤੇ ਜਿਹੜਾ ਦੋਸ਼ ਕੱਲ ਲਾਇਆ ਉਹ ਬਿਲਕੁਲ ਝੂਠਾ ਸੀ। ਮੈਨੂੰ ਤਾਂ ਇਹ ਜਾਤ ਅਭਿਮਾਨੀ ਲੋਕਾਂ ਨੇ ਪੈਸੇ ਦਿੱਤੇ ਸੀ ਦੋਸ਼ ਲਾਉਣ ਵਾਸਤੇ। ਭਗਤ ਜੀ ਕਹਿਣ ਲੱਗੇ ਇਹਦੀ ਕੋਈ ਜ਼ਰੂਰਤ ਨਹੀਂ ਹੈ ਬੀਬਾ। ਕਹਿੰਦੀ ਜੀ ਕਿਉਂ ਜ਼ਰੂਰਤ ਨਹੀਂ ਹੈ, ਤੁਹਾਡਾ ਨੁਕਸਾਨ ਬੜਾ ਹੋ ਗਿਆ। ਭਗਤ ਜੀ ਕਹਿੰਦੇ ਕੀ ਨੁਕਸਾਨ ਹੋ ਗਿਆ। ਕਹਿੰਦੇ ਜੀ ਤੁਹਾਡੇ ਚੇਲੇ ਭੱਜ ਗਏ ਤੁਹਾਡਾ ਸਾਥ ਛੱਡ ਕੇ। ਤਾਂ ਭਗਤ ਜੀ ਕਹਿਣ ਲੱਗੇ, ਕਹਿੰਦੇ ਬੀਬਾ ਉਹ ਮੇਰੇ ਚੇਲੇ ਨਹੀਂ ਸੀ, ਉਹ ਤੇਰੇ ਚੇਲੇ ਸੀ। ਕਹਿੰਦੀ ਮੇਰੇ ਚੇਲੇ ਕਿਵੇਂ ਸੀ। ਕਹਿੰਦੇ ਤੇਰੇ ਚੇਲੇ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਤੇਰੇ ਲਫ਼ਜ਼ਾਂ ਦੇ ਉੱਤੇ ਇਤਬਾਰ ਕੀਤਾ। ਜੇ ਮੇਰੇ ਚੇਲੇ ਹੁੰਦੇ ਤੇ ਮੇਰੇ ਤੇ ਇਤਬਾਰ ਕਰਕੇ ਖੜੋਤੇ ਰਹਿੰਦੇ ਵੀ ਭਗਤ ਜੀ ਅਜਿਹਾ ਕਦੇ ਨਹੀਂ ਕਰ ਸਕਦੇ। ਉਹਨਾਂ ਨੇ ਤੇਰੀ ਗੱਲ ਮੰਨੀ, ਤੇਰੇ ਤੇ ਲਫ਼ਜ਼ਾਂ ਤੇ ਇਤਬਾਰ ਕੀਤਾ, ਇਸ ਕਰਕੇ ਉਹ ਤੇਰੇ ਚੇਲੇ ਸੀ, ਮੇਰੇ ਚੇਲੇ ਨਹੀਂ ਸੀ। ਕੋਈ ਜ਼ਰੂਰਤ ਨਹੀਂ ਹੈ, ਮੈਨੂੰ ਪਤਾ ਹੈ ਕਿ ਮੈਂ ਪਰਮੇਸ਼ਵਰ ਦੇ ਦਰ ਦੇ ਉੱਤੇ ਸੱਚਾ ਤੇ ਇਹਨਾਂ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। ਇਹ ਲੋਕ ਜਿੰਨੇ ਮਰਜ਼ੀ ਦੋਸ਼ ਲਾਈ ਜਾਣ, ਜਿੰਨੇ ਮਰਜ਼ੀ ਭੰਡੀ ਜਾਣ, ਮੈਨੂੰ ਇਹਦੀ ਕੋਈ ਚਿੰਤਾ ਨਹੀਂ ਹੈ, ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੈਨੂੰ ਪਤਾ ਹੈ ਮੈਂ ਕੀ ਹਾਂ, ਮੇਰੇ ਕਰਤਾਰ ਨੂੰ ਪਤਾ ਹੈ, ਮੇਰੇ ਭਗਵਾਨ ਨੂੰ, ਮੇਰੇ ਪਰਮੇਸ਼ਵਰ ਨੂੰ ਪਤਾ ਹੈ ਮੈਂ ਕੀ ਹਾਂ। ਤਾਂ ਜਿਹੜਾ ਵਾਹਿਗੁਰੂ ਦਾ ਭਗਤ ਹੁੰਦਾ ਨਾ ਗੁਰੂ ਪਿਆਰਿਓ, ਉਹਦੀ ਨਿੰਦਿਆ ਵੀ ਬਹੁਤ ਹੁੰਦੀ ਹੈ, ਨਿੰਦਿਆ ਵੀ ਬਹੁਤ ਹੁੰਦੀ ਹੈ। ਜਿਹੜੀਆਂ ਕੌਮਾਂ ਨੂੰ ਕਹਿੰਦੇ ਖਤਮ ਕਰਨਾ ਨਾ, ਕਹਿੰਦੇ ਉਹਨਾਂ ਕੌਮਾਂ ਦੇ ਵਿਦਵਾਨਾਂ ਨੂੰ ਤੁਸੀਂ ਖਰੀਦ ਲਓ ਜੇ ਖਰੀਦੇ ਜਾ ਸਕਦੇ। ਜੇ ਨਹੀਂ ਖਰੀਦੇ ਜਾ ਸਕਦੇ ਫਿਰ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਉਹਨਾਂ ਵਿਦਵਾਨਾਂ ਨੂੰ ਉਹਨਾਂ ਦੀ ਕੌਮ ਦੇ ਵਿੱਚ ਹੀ ਬਦਨਾਮ ਕਰਨ ਦਾ ਯਤਨ ਕਰੋ, ਉਹਨਾਂ ਦੀ ਕੌਮ ਦੇ ਵਿੱਚ ਹੀ ਬਦਨਾਮ ਕਰ ਦਿਓ। ਕੌਮ ਖੁਦ ਕਹਿਣ ਲੱਗ ਜੇ ਕਿ ਇਹ ਤਾਂ ਮਾੜੇ ਬੰਦੇ ਬਹੁਤ ਹੈ, ਤਾਂ ਮਾੜੇ ਬੰਦੇ ਬਹੁਤ ਹੈ। ਕਹਿੰਦੇ ਜਦੋਂ ਕੌਮ ਦੇ ਵਿੱਚ ਬਦਨਾਮ ਹੋ ਗਏ ਨਾ ਤੇ ਫਿਰ ਉਹ ਕੌਮ ਦਾ ਪ੍ਰਚਾਰ ਨਹੀਂ ਕਰਨਗੇ, ਤੇ ਜੇ ਪ੍ਰਚਾਰ ਨਹੀਂ ਕਰਨਗੇ ਤੇ ਕੌਮ ਦੀ ਉન્નਤੀ ਨਹੀਂ ਹੋਊਗੀ, ਤੇ ਜਿਹੜੀ ਕੌਮ ਦੀ ਉન્નਤੀ ਨਹੀਂ ਹੋਊਗੀ ਉਹ ਕੌਮ ਖਤਮ ਹੋ ਜਾਊਗੀ। ਤੇ ਜੇ ਕਹਿੰਦੇ ਪ੍ਰਚਾਰ ਕਰਨ ਦੇ ਨਾਲ ਵੀ ਉਹ ਬਦਨਾਮ ਨਾ ਹੋਏ, ਫਿਰ ਕਹਿੰਦੇ ਉਹਨਾਂ ਦਾ ਕਤਲ ਕਰ ਦਿਓ, ਫਿਰ ਉਹਨਾਂ ਨੂੰ ਮਾਰ ਦਿਓ ਜਾਨੋਂ। ਜਾਂ ਤਾਂ ਖਰੀਦ ਲਓ, ਜਵਾਨ ਖਰੀਦ ਲਓ ਜੇ ਉਹ ਬੋਲ ਕੇ ਪ੍ਰਚਾਰ ਕਰਦੇ ਆ, ਜੇ ਉਹ ਲਿਖ ਕੇ ਪ੍ਰਚਾਰ ਕਰਦੇ ਆ ਤੇ ਕਲਮ ਖਰੀਦ ਲਓ। ਜੇ ਉਹਨਾਂ ਦੀ ਜ਼ਬਾਨ ਨਹੀਂ ਖਰੀਦੀ ਜਾ ਸਕਦੀ, ਜੇ ਉਹਨਾਂ ਦੀ ਕਲਮ ਨਹੀਂ ਖਰੀਦੀ ਜਾ ਸਕਦੀ, ਫਿਰ ਕਹਿੰਦੇ ਉਹਨਾਂ ਨੂੰ ਉਹਨਾਂ ਦੀ ਕੌਮ ਦੇ ਵਿੱਚ ਬਦਨਾਮ ਕਰੋ ਝੂਠੇ ਸੱਚੇ ਦੋਸ਼ ਲਾ ਕੇ। ਜੇ ਬਦਨਾਮ ਹੋਇਆ ਵੀ ਕਹਿੰਦੇ ਫਿਰ ਵੀ ਕਹਿੰਦੇ ਉਹ ਕੌਮ ਦੇ ਵਿੱਚ ਚਾਨਣ ਦੀ ਤਰ੍ਹਾਂ ਚਮਕਦੇ ਨੇ, ਸੂਰਜ ਦੀ ਤਰ੍ਹਾਂ ਚਮਕਦੇ ਨੇ, ਫਿਰ ਕਹਿੰਦੇ ਉਹਨਾਂ ਨੂੰ ਮਾਰ ਦਿਓ, ਫਿਰ ਉਹਨਾਂ ਨੂੰ ਕਤਲ ਕਰ ਦਿਓ ਜੇ ਕਿਸੇ ਕੌਮ ਨੂੰ ਮਾਰਨਾ। ਪਰ ਜਿਹੜੇ ਵਾਹਿਗੁਰੂ ਦੇ ਭਗਤ ਹੈ, ਪਰਮੇਸ਼ਵਰ ਦੇ ਜਿਹੜੇ ਗੁਰ ਪਿਆਰਿਓ ਗੁਣਗਾਨ ਕਰਨ ਵਾਲੇ ਹੈ, ਉਹ ਕਦੇ ਵੀ ਇਹਨਾਂ ਗੱਲਾਂ ਦੀ ਚਿੰਤਾ ਨਹੀਂ ਕਰਦੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ। ਵਾਹਿਗੁਰੂ ਦੇ ਜਿਹੜੇ ਸੇਵਕ ਹੁੰਦੇ ਆ ਨਾ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਆ, ਤੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਦੀ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਵਾਹਿਗੁਰੂ ਦੇ ਜਨਾਂ ਦੀ ਨਿੰਦਿਆ ਕਰਦਾ ਹੈ, ਕਹਿੰਦੇ ਆਪਣਾ ਗੁਣ ਨਾ ਗਵਾਵੇ, ਤਾਂ ਉਹ ਪਰਮਾਤਮਾ ਦੇ ਭਗਤ ਆਪਦਾ ਗੁਣ ਨਹੀਂ ਗਵਾਉਂਦੇ, ਆਪਦਾ ਬੰਦਗੀ ਕਰਨ ਵਾਲਾ ਸੁਭਾਅ ਨਹੀਂ ਤਿਆਗਦੇ। ਉਹ ਨਿਰੰਤਰ ਸੱਚ ਦੇ ਮਾਰਗ ਦੇ ਉੱਤੇ ਤੁਰੇ ਜਾਂਦੇ ਐ, ਤੁਰੇ ਜਾਂਦੇ ਐ, ਤੁਰੇ ਜਾਂਦੇ ਐ। ਕੋਈ ਉਪਮਾ ਕਰੇ ਉਹਨਾਂ ਨੂੰ ਤਾਂ ਨਹੀਂ ਗੁਰੂ ਪਿਆਰਿਓ ਕੋਈ ਫਿਕਰ, ਕੋਈ ਨਿੰਦਿਆ ਕਰੇ ਉਹਨਾਂ ਨੂੰ ਤਾਂ ਨਹੀਂ ਕੋਈ ਫਿਕਰ। ਅਸੀਂ ਸੰਸਾਰੀ ਲੋਕ ਤਾਂ ਜੇ ਕੋਈ ਉਪਮਾ ਕਰਦਾ ਤੇ ਖੁਸ਼ ਹੋ ਜਾਂਦੇ ਆ ਨਾ, ਜੇ ਕੋਈ ਨਿੰਦਿਆ ਕਰਦਾ ਤੇ ਪਰੇਸ਼ਾਨ ਹੋ ਜਾਂਦੇ ਆ। ਪਰ ਜਿਹੜੇ ਧਰਮ ਦੇ ਮਾਰਗ ਤੇ ਵਾਹਿਗੁਰੂ ਦੇ ਗੁਣ ਗਾਉਂਦੇ ਤੁਰਦੇ ਆ ਨਾ ਗੁਰੂ ਪਿਆਰਿਓ, ਉਹਨਾਂ ਨੂੰ ਉਸਤਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਨਿੰਦਿਆ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋਊ ਬਵਰਜਤ। ਭਾਈ ਦੋਨੇ ਨਹੀਂ ਚਾਹੀਦੀਆਂ, ਨਾ ਉਪਮਾ ਚਾਹੀਦੀ ਹੈ ਨਾ ਨਿੰਦਿਆ ਚਾਹੀਦੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਸਾਨੂੰ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਸਿੱਖਿਆ ਦੇ ਰਹੇ ਨੇ। ਅੱਗੇ ਦੱਸਦੇ ਨੇ, ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਗੁਰੂ ਪਿਆਰਿਓ ਜਿਹੜੇ ਵਾਹਿਗੁਰੂ ਦੇ ਭਗਤ ਹੁੰਦੇ ਆ ਨਾ, ਉਹਨਾਂ ਨੂੰ ਭਰੋਸਾ ਅਕਾਲ ਪੁਰਖ ਤੇ ਇੰਨਾ ਜ਼ਿਆਦਾ ਹੁੰਦਾ ਹੈ
ਉਹ ਇਹ ਸਮਝਦੇ ਨੇ ਕਿ ਜੋ ਕਿਛ ਕਰੇ ਸੋ ਆਪੇ ਸੁਆਮੀ। ਜੋ ਵੀ ਕੁਝ ਕਰਦਾ ਹੈ ਨਾ ਉਹ ਮਾਲਕ ਆਪ ਕਰਦਾ ਹੈ। ਹਰ ਆਪੇ ਕਾਰ ਕਮਾਵੇ, ਤੇ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਦੀ ਕਾਰ ਕਰ ਰਿਹਾ, ਸਾਰੇ ਸੰਸਾਰ ਦੀ ਕਾਰ ਕਰ ਰਿਹਾ। ਇਸ ਜਗਤ ਵਿੱਚ ਐਸੇ ਵੀ ਲੋਕ ਨੇ ਗੁਰੂ ਪਿਆਰਿਓ, ਕਈਆਂ ਨੂੰ ਕੋਈ ਡਿਊਟੀ ਮਿਲੀ ਹੈ, ਕਈਆਂ ਨੂੰ ਕੋਈ ਡਿਊਟੀ ਮਿਲੀ ਹੈ। ਕੋਈ ਖੇਤੀਬਾੜੀ ਕਰਨ ਦੀ ਗੁਰੂ ਪਿਆਰਿਓ ਡਿਊਟੀ ਕਰ ਰਿਹਾ ਹੈ, ਕੋਈ ਵਪਾਰ ਕਰਨ ਦੀ ਡਿਊਟੀ ਕਰ ਰਿਹਾ। ਡਿਊਟੀ ਦਾ ਮਤਲਬ ਫਰਜ਼ ਵੀ ਹੁੰਦਾ ਗੁਰੂ ਪਿਆਰਿਓ। ਕੋਈ ਖੇਤੀਬਾੜੀ ਕਰਕੇ ਆਪਣੇ ਉਦਰ ਪੂਰਨੇ, ਕੋਈ ਵਪਾਰ ਕਰਕੇ ਆਪਣੇ ਉਦਰ ਪੂਰਨੇ ਗੁਰੂ ਪਿਆਰਿਓ ਕਰ ਰਿਹਾ। ਕੋਈ ਦੁਕਾਨਦਾਰੀ ਕਰੀ ਜਾਂਦਾ, ਕੋਈ ਨੌਕਰੀ ਕਰੀ ਜਾਂਦਾ ਗੁਰੂ ਪਿਆਰਿਓ, ਕੋਈ ਸਫਾਈ ਕਰਦਾ ਪਿਆ, ਕੋਈ ਗੁਰੂ ਪਿਆਰਿਓ ਕੋਈ ਡਰਾਈਵਿੰਗ ਕਰਦਾ ਪਿਆ, ਕੋਈ ਕੁਝ ਕਰਦਾ ਪਿਆ, ਕੋਈ ਕੁਝ ਕਰਦਾ ਪਿਆ। ਇਹ ਸਭ ਦੇ ਅੰਦਰ ਅਕਾਲ ਪੁਰਖ ਹੈ। ਜਿਵੇਂ ਜਿਵੇਂ ਅਕਾਲ ਪੁਰਖ ਨੇ ਜਿਸ ਜਿਸ ਨੂੰ ਜਿਹੋ ਜੀ ਸਮਰੱਥਾ ਦਿੱਤੀ ਹੈ ਉਹ ਗੁਰੂ ਪਿਆਰਿਓ ਕਾਰਜ ਕਰ ਰਿਹਾ ਹੈ। ਪਰ ਕੌਣ ਸਮਝਦਾ? ਜਿਹੜਾ ਵਾਹਿਗੁਰੂ ਦਾ ਭਗਤ ਹੁੰਦਾ ਹੈ। ਤੇ ਜਿਨ੍ਹਾਂ ਨੂੰ ਗੁਰੂ ਪਿਆਰਿਓ ਮਹਾਰਾਜ ਅਕਾਲ ਪੁਰਖ ਨੇ ਨਿੰਦਿਆ ਕਰਨ ਤੇ ਲਾਇਆ ਉਹ ਨਿੰਦਿਆ ਕਰੀ ਜਾਂਦੇ। ਜਿਹੜੇ ਵਾਹਿਗੁਰੂ ਦੇ ਸਰਾਪੇ ਨੇ, ਵਾਹਿਗੁਰੂ ਦੇ ਫਟਕਾਰੇ ਨੇ, ਵਾਹਿਗੁਰੂ ਨੇ ਉਹਨਾਂ ਨੂੰ ਨਿੰਦਿਆ ਕਰਨ ਤੇ ਲਾ ਰੱਖਿਆ ਵੀ ਤੁਸੀਂ ਨਿੰਦਿਆ ਹੀ ਕਰੀ ਜਾਓ, ਕਿਉਂਕਿ ਤੁਸੀਂ ਫਟਕਾਰੇ ਲੋਕ ਹੋ, ਤੁਸੀਂ ਫਟਕਾਰੇ ਲੋਕ ਹੋ। ਤੇ ਜਿਹੜੇ ਫਟਕਾਰੇ ਲੋਕ ਹੈ ਗੁਰੂ ਪਿਆਰਿਓ ਉਹਨਾਂ ਦਾ ਕੰਮ ਹੈ ਨਿੰਦਿਆ ਕਰਨਾ, ਉਹ ਨਿੰਦਿਆ ਕਰੀ ਜਾ ਰਹੇ। ਤੇ ਜਿਹੜੇ ਵਾਹਿਗੁਰੂ ਦੇ ਭਗਤ ਹੈ ਨਾ ਗੁਰੂ ਪਿਆਰਿਓ, ਉਹ ਪਰਵਾਹ ਨਹੀਂ ਕਰਦੇ। ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਵੀ ਪ੍ਰਮਾਤਮਾ ਨੇ ਆਰੇ ਲਾਏ ਹੋਏ ਆ, ਫਟਕਾਰੇ ਹੋਏ ਲੋਕ ਹੈ, ਆਰੇ ਲਾਏ ਹੋਏ ਆ, ਲੱਗੇ ਪਏ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਆਪ ਹੀ ਅਕਾਲ ਪੁਰਖ ਸਾਰੇ ਜਗਤ ਦੀ ਕਾਰ ਕਰ ਰਿਹਾ ਗੁਰੂ ਪਿਆਰਿਓ, ਸਾਰੇ ਸੰਸਾਰ ਦੀ ਕਾਰ ਕਰ ਰਿਹਾ, ਸਾਰੇ ਸੰਸਾਰ ਦੀ ਕਾਰ। ਜਿਵੇਂ ਗੁਰੂ ਪਿਆਰਿਓ ਕੋਈ ਅਪਰਾਧ ਕਰ ਦਿੰਦਾ ਨਾ, ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ। ਜੇਲ੍ਹ ਦੇ ਵਿੱਚ ਜਦੋਂ ਬੰਦ ਕਰ ਦਿੰਦਾ ਨਾ ਗੁਰੂ ਪਿਆਰਿਓ ਉਹਨੂੰ ਕਾਨੂੰਨ, ਤੇ ਫਿਰ ਜਿਹੜਾ ਜੇਲ੍ਹ ਦਾ ਮੁਖੀ ਹੁੰਦਾ ਨਾ ਜੇਲਰ, ਉਹ ਪਰ ਕੈਦੀਆਂ ਤੋਂ ਕੰਮ ਲੈਂਦਾ ਹੈ। ਕਿਸੇ ਤੋਂ ਗੁਰੂ ਪਿਆਰਿਓ ਗੰਦਗੀ ਸਾਫ਼ ਕਰਾਉਂਦਾ, ਕਿਸੇ ਤੋਂ ਰੋਟੀਆਂ ਪਕਵਾ ਲੈਂਦਾ, ਕਿਸੇ ਤੋਂ ਪਹਿਰੇਦਾਰੀ ਕਰਵਾ ਲੈਂਦਾ, ਕਿਸੇ ਤੋਂ ਫਾਈਲਾਂ ਫੂਲਾਂ ਇੱਧਰ ਉੱਧਰ ਦਫ਼ਤਰ ਦੇ ਕੰਮ ਕਰਵਾ ਲੈਂਦਾ। ਉਹ ਕੰਮ ਕਰਾਉਂਦਾ। ਜਿਹੋ ਜਿਹੀ ਗੁਰੂ ਪਿਆਰਿਓ ਕਿਸੇ ਦੀ ਯੋਗਤਾ ਹੁੰਦੀ ਹੈ ਉਹੋ ਜਿਹੇ ਕੰਮ ਕਰਵਾਉਂਦਾ ਰਹਿੰਦਾ। ਤਾਂ ਇਵੇਂ ਕਰਤਾਰ ਜਿਹੜਾ ਪਰਮੇਸ਼ਵਰ ਜਿਹੜਾ ਗੁਰੂ ਪਿਆਰਿਓ ਉਹ ਜਗਤ ਦੇ ਜੀਵਾਂ ਤੋਂ ਕਾਰ ਕਰਾ ਰਿਹਾ ਹੈ। ਪਰਮੇਸ਼ਵਰ ਦੇ ਭਗਤ ਜਿਹੜੇ ਨੇ ਉਹ ਸਮਝਦੇ ਨੇ ਕਿ ਸੰਸਾਰ ਦੀ ਹਰ ਖੇਡ ਜਿਹੜੀ ਹੈ ਇਹ ਕਰਤਾਰ ਦੇ ਹੱਥ ਹੈ, ਇਹ ਪਰਮੇਸ਼ਵਰ ਦੇ ਹੱਥ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਹੁਣ ਦੇਖੋ ਗੁਰੂ ਪਿਆਰਿਓ, ਇਹ ਸੰਸਾਰ ਹੈ। ਇਸ ਸੰਸਾਰ ਦੇ ਵਿੱਚ ਸਭ ਨੂੰ ਇੱਕੋ ਜਿਹੀ ਅਕਲ ਨਹੀਂ ਹੈ, ਇੱਕੋ ਜਿਹੀ ਮਤ ਨਹੀਂ ਹੈ ਗੁਰੂ ਪਿਆਰਿਓ। ਕਿਸੇ ਨੂੰ ਥੋੜੀ ਮਤ ਹੈ, ਕਿਸੇ ਨੂੰ ਜ਼ਿਆਦਾ ਮਤ ਹੈ, ਕਿਸੇ ਨੂੰ ਬਹੁਤ ਜ਼ਿਆਦਾ ਮਤ ਹੈ, ਕਿਸੇ ਨੂੰ ਬਹੁਤ ਘੱਟ ਮਤ ਹੈ, ਅਕਲ ਹੈ। ਹੁਣ ਇਹ ਜਿਹੜੀ ਅਕਲ ਹੈ ਗੁਰੂ ਪਿਆਰਿਓ, ਜੇ ਆਪਦੀ ਤਾਕਤ ਆਪਦੀ ਸਮਰੱਥਾ ਨਾਲ ਮਿਲਦੀ ਹੁੰਦੀ ਤੇ ਸਾਰੇ ਅਕਲਵਾਨ ਹੋਣੇ ਸੀ। ਕਿਹੜਾ ਗੁਰੂ ਪਿਆਰਿਓ ਬੰਦਾ ਜਿਹੜਾ ਚਾਹੁੰਦਾ ਹੈ ਕਿ ਮੈਂ ਘੱਟ ਅਕਲ ਵਾਲਾ ਹੋਵਾਂ? ਸੰਸਾਰ ਦੇ ਵਿੱਚ ਕੋਈ ਹੈ ਬੰਦਾ ਗੁਰੂ ਪਿਆਰਿਓ ਜਿਹੜਾ ਇਹ ਚਾਹੁੰਦਾ ਹੋਵੇ ਕਿ ਮੈਂ ਘੱਟ ਅਕਲ ਵਾਲਾ ਹੋਵਾਂ, ਮੈਂ ਵੱਧ ਅਕਲ ਵਾਲਾ ਹੋਵਾਂ? ਸੰਸਾਰ ਦੇ ਵਿੱਚ ਕੋਈ ਬੰਦਾ ਹੈ ਗੁਰੂ ਪਿਆਰਿਓ ਜਿਹੜਾ ਇਹ ਨਾ ਚਾਹੁੰਦਾ ਹੋਵੇ ਕਿ ਮੇਰੇ ਕੋਲੇ ਧਨ ਦੌਲਤ ਨਾ ਹੋਵੇ, ਮੈਂ ਰਾਜਾ ਨਾ ਹੋਵਾਂ? ਪਰ ਸੰਸਾਰ ਦੇ ਵਿੱਚ ਕਿਤੇ ਸਾਰੇ ਲੋਕ ਧਨਵਾਨ ਹੈ ਗੁਰੂ ਪਿਆਰਿਓ, ਸਾਰੇ ਲੋਕ ਰਾਜੇ ਨੇ। ਕਿਹੜਾ ਬੰਦਾ ਗੁਰੂ ਪਿਆਰਿਓ ਜਿਹੜਾ ਨਹੀਂ ਚਾਹੁੰਦਾ ਕਿ ਮੈਂ ਮੁੱਖ ਮੰਤਰੀ ਨਾ ਹੋਵਾਂ, ਪਰ ਸਾਰੇ ਮੁੱਖ ਮੰਤਰੀ ਨੇ? ਇਹ ਗੁਰੂ ਪਿਆਰਿਓ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਚ ਹੁੰਦਾ ਹੈ, ਪਰਮੇਸ਼ਵਰ ਦੇ ਹੁਕਮ ਚ ਹੁੰਦਾ ਹੈ ਗੁਰੂ ਪਿਆਰਿਓ। ਬੰਦੇ ਦੇ ਵੱਸ ਕੁਝ ਨਹੀਂ ਹੈ। ਜੇ ਆਖੇ ਨਾ ਬੰਦੇ ਦੇ ਵੱਸ ਹੈ ਗੁਰੂ ਪਿਆਰਿਓ, ਬੰਦੇ ਦੇ ਵੱਸ ਕੁਝ ਨਹੀਂ ਹੈ। ਬੰਦਾ ਯਤਨ ਕਰਦਾ ਹੈ, ਪਰ ਉਹਦੇ ਯਤਨ ਕਾਮਯਾਬ ਉਦੋਂ ਹੁੰਦੇ ਆ ਗੁਰੂ ਪਿਆਰਿਓ ਜਦੋਂ ਕਰਤਾਰ ਦੀ ਨਜ਼ਰ ਸਵੱਲੀ ਹੁੰਦੀ ਹੈ। ਅਸੀਂ ਪਤਾ ਕੀ ਕਹਿੰਦੇ ਆ? ਅਸੀਂ ਕਹਿੰਦੇ ਜੀ ਫਲਾਨਾ ਬੰਦਾ ਜਿਹੜਾ ਨਾ ਇਹ ਸਾਈਕਲ ਚਲਾਉਂਦਾ ਹੁੰਦਾ ਸੀ, ਸਾਈਕਲ ਦੇ ਉੱਤੇ ਸਬਜ਼ੀ ਵੇਚਦਾ ਹੁੰਦਾ ਸੀ, ਅੱਜ ਕਰੋੜਾਂ ਅਰਬਾਂ ਖਰਬਾਂ ਰੁਪਈਆਂ ਦਾ ਮਾਲਕ ਹੈ। ਹੁਣ ਗੁਰੂ ਪਿਆਰਿਓ ਸਾਈਕਲਾਂ ਦੇ ਉੱਤੇ ਤਾਂ ਅੱਜ ਵੀ ਹਜ਼ਾਰਾਂ ਬੰਦੇ ਸਬਜ਼ੀ ਵੇਚ ਰਹੇ, ਉਹ ਤਾਂ ਅਰਬਾਂ ਖਰਬਾਂ ਦੇ ਮਾਲਕ ਬਣੇ ਨਹੀਂ। ਇੱਕ ਬੰਦਾ ਕਿਉਂ ਬਣ ਗਿਆ? ਇੱਕ ਬੰਦਾ ਹੀ ਕਿਉਂ ਬਣ ਗਿਆ? ਅਸੀਂ ਕਹਿੰਦੇ ਜੀ ਫਲਾਨਾ ਬੰਦਾ ਦਿਹਾੜੀ ਕਰਦਾ ਹੁੰਦਾ ਸੀ, ਮਜ਼ਦੂਰੀ ਕਰਦਾ ਹੁੰਦਾ ਸੀ,
ਅੱਜ ਦੇਖ ਲਓ, ਕਹਿੰਦੇ ਕਿੰਨਾ ਖੁਸ਼ਹਾਲ ਹੈ, ਕਿੰਨਾ ਕੁਝ ਹੈ ਇਹਦੇ ਕੋਲੇ, ਕਿੰਨੀਆਂ ਜ਼ਮੀਨਾਂ ਜਾਇਦਾਦਾਂ, ਕਿੰਨੀਆਂ ਪ੍ਰਾਪਰਟੀਆਂ। ਲੱਖਾਂ ਬੰਦਾ ਦਿਹਾੜੀ ਕਰ ਰਿਹਾ ਗੁਰੂ ਪਿਆਰਿਓ, ਲੇਕਿਨ ਉਹ ਨਹੀਂ ਲੱਖਾਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਜਾਂਦੇ। ਇਹ ਫਲਾਨਾ ਜੀ ਨਸ਼ਾ ਕਰਦਾ ਹੁੰਦਾ ਸੀ, ਐਂ ਕਰਦਾ ਹੁੰਦਾ ਸੀ, ਬੜਾ ਮਾੜਾ ਸੀ, ਲੇਕਿਨ ਗੁਰਦੁਆਰਾ ਸਾਹਿਬ ਆਉਣ ਲੱਗਿਆ, ਦੇਖ ਲਓ ਐਸਾ ਜੀਵਨ ਪਲਟਿਆ। ਅੱਜ ਇਹ ਪਰਮਾਤਮਾ ਦਾ ਭਗਤ ਹੈ, ਬੰਦਗੀ ਹੈ, ਸਾਧੂ ਹੋ ਗਿਆ, ਰੱਬ ਦਾ ਸਾਧੂ ਹੋ ਗਿਆ। ਤਾਂ ਇਹ ਜੀਵਨ ਤਬਦੀਲੀ ਗੁਰੂ ਪਿਆਰਿਓ ਅਕਾਲ ਪੁਰਖ ਦੇ ਹੁਕਮ ਚ ਆਉਂਦੀ ਹੈ, ਵਾਹਿਗੁਰੂ ਦੇ ਹੁਕਮ ਚ। ਤੇ ਜਿਹੜੇ ਵਾਹਿਗੁਰੂ ਦੇ ਹੁਕਮ ਚ ਤਬਦੀਲੀ ਆਉਂਦੀ ਹੈ ਨਾ, ਉਸ ਵਾਹਿਗੁਰੂ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਉਸ ਵਾਹਿਗੁਰੂ ਦੇ ਜਿਹੜੇ ਆ ਨਾ ਸੇਵਕ ਬਣ ਕੇ ਸੰਸਾਰ ਦੇ ਵਿੱਚ ਗੁਰੂ ਪਿਆਰਿਓ ਵਿਚਰਨਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਰ ਆਪੇ ਹੀ ਮਤ ਦੇਵੈ ਸੁਆਮੀ। ਜੇ ਅਕਲ ਦਿੰਦਾ ਨਾ ਤੇ ਉਹ ਅਕਾਲ ਪੁਰਖ ਦਿੰਦਾ, ਗੁਰੂ ਪਿਆਰਿਓ ਪਰਮੇਸ਼ਵਰ ਦਿੰਦਾ। ਹੁਣ ਇੱਥੇ ਇੱਕ ਗੁਰੂ ਪਿਆਰਿਓ ਫਿਰ ਸਵਾਲ ਪੈਦਾ ਹੁੰਦਾ ਹੈ ਵੀ ਕੀ ਅਕਾਲ ਪੁਰਖ ਪੱਖਪਾਤ ਕਰਦਾ? ਕਿਸੇ ਨੂੰ ਘੱਟ ਦੇਤੀ ਅਕਲ, ਕਿਸੇ ਨੂੰ ਵੱਧ ਦੇਤੀ। ਹੁਣ ਇੱਥੇ ਪ੍ਰਸ਼ਾਦ ਵਰਤਣਾ ਗੁਰੂ ਪਿਆਰਿਓ, ਜੇ ਪ੍ਰਸ਼ਾਦ ਵਰਤਾਉਣ ਵਾਲਾ ਕਿਸੇ ਨੂੰ ਘੱਟ ਪ੍ਰਸ਼ਾਦ ਦੇ ਦੇ, ਕਿਸੇ ਨੂੰ ਜ਼ਿਆਦਾ ਪ੍ਰਸ਼ਾਦ ਦੇ ਦੇ, ਇਹ ਅਸੀਂ ਗੁਰੂ ਪਿਆਰਿਓ ਚੰਗਾ ਨਹੀਂ ਸਮਝਦੇ। ਅਸੀਂ ਕਹਿੰਦੇ ਭਾਈ ਵਰਤਾਵੇ ਨੇ ਪੱਖਪਾਤ ਕਰਤਾ, ਕਿਸੇ ਨੂੰ ਘੱਟ ਦੇਤਾ, ਕਿਸੇ ਨੂੰ ਵੱਧ ਦੇਤਾ। ਤੇ ਅਕਾਲ ਪੁਰਖ ਨੇ ਫਿਰ ਇਉਂ ਕਿਉਂ ਕੀਤਾ ਵੀ ਕਿਸੇ ਨੂੰ ਘੱਟ ਅਕਲ ਦੇ ਦਿੱਤੀ, ਕਿਸੇ ਨੂੰ ਵੱਧ ਦੇ ਦਿੱਤੀ, ਕਿਸੇ ਨੂੰ ਘੱਟ ਦੇਤੀ, ਕਿਸੇ ਨੂੰ ਵੱਧ ਦੇਤੀ? ਨਹੀਂ ਗੁਰੂ ਪਿਆਰਿਓ, ਪੱਖਪਾਤ ਨਹੀਂ ਕੀਤਾ ਉਹਨੇ। ਕਰਮਾਂ ਦੇ ਅਨੁਸਾਰ ਜਿੰਨਾ ਜਿਹਦੇ ਕੋਲੇ ਭਾਂਡਾ ਸੀ, ਵਾਹਿਗੁਰੂ ਨੇ ਓਨਾ ਗੁਰੂ ਪਿਆਰਿਓ ਉਹਦੇ ਚ ਪਾਤਾ। ਉਹ ਪੱਖਪਾਤ ਨਹੀਂ ਕਰਦਾ, ਉਹ ਵਰਤਾਵਾ ਹੈ। ਕੋਈ 100 ਗ੍ਰਾਮ ਦੀ ਕੌਲੀ ਕਿਸੇ ਨੇ ਮੂਹਰੇ ਕਰਤੀ, ਵਾਹਿਗੁਰੂ ਨੇ ਉਹ ਭਰਤੀ। ਕਿਸੇ ਨੇ ਗੁਰੂ ਪਿਆਰਿਓ ਕਿਲੋ ਦਾ ਬਾਟਾ ਅੱਗੇ ਕਰਤਾ, ਵਾਹਿਗੁਰੂ ਨੇ ਉਹ ਭਰਤਾ। ਕਿਸੇ ਨੇ 10 ਕਿਲੋ ਦੀ ਬਾਲਟੀ ਅੱਗੇ ਕਰਤੀ, ਵਾਹਿਗੁਰੂ ਨੇ ਉਹ ਭਰਤੀ। ਕਿਸੇ ਨੇ 50 ਕਿਲੋ ਦਾ ਗੁਰੂ ਪਿਆਰਿਓ ਕੋਈ ਭਾਂਡਾ ਅੱਗੇ ਕਰਤਾ, ਵਾਹਿਗੁਰੂ ਨੇ ਉਹ ਭਰਤਾ। ਵਾਹਿਗੁਰੂ ਕਦੇ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਜਿੰਨਾ ਕੁ ਅਸੀਂ ਹੱਥ ਮੂਹਰੇ ਕੀਤਾ, ਵਾਹਿਗੁਰੂ ਨੇ ਓਨਾ ਕੁ ਭਰਤਾ ਗੁਰੂ ਪਿਆਰਿਓ। ਜੇ ਕਿਸੇ ਨੇ ਜ਼ਿਆਦਾ ਕੀਤਾ ਉਹਨੂੰ ਜ਼ਿਆਦਾ ਪਾਤਾ, ਜੇ ਕਿਸੇ ਨੇ ਘੱਟ ਕੀਤਾ ਉਹਨੂੰ ਘੱਟ ਪਾਤਾ। ਅਕਾਲ ਪੁਰਖ ਕਦੇ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਗੁਰੂ ਪਿਆਰਿਓ। ਇਹ ਗੱਲ ਮਨ ਦੇ ਵਿੱਚ ਸੋਚ ਕੇ ਚੱਲਣੀ ਹੈ ਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਹੈ, ਉਹ ਪੱਖਪਾਤੀ ਨਹੀਂ ਹੈ। ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ, ਉਹਦੇ ਅੰਦਰ ਔਗਣ ਕੋਈ ਨਹੀਂ ਹੈ ਗੁਰੂ ਪਿਆਰਿਓ। ਗੋਣੀ ਗੋਣ ਹੈ, ਗੋਣੀ ਗੋਣ ਹੈ, ਗੋਣੀ ਗੋਣ ਹੈ। ਉਹ ਗੁਣਾਂ ਦਾ ਸਾਗਰ ਹੈ, ਉਹਦੇ ਚ ਔਗਣ ਨਹੀਂ ਹੈ। ਔਗਣ ਤਾਂ ਸਾਡੇ ਚ ਹੈ ਗੁਰੂ ਪਿਆਰਿਓ, ਔਗਣ ਤਾਂ ਸਾਡੇ ਚ ਹੈ, ਲੇਕਿਨ ਉਸ ਸਿਰਜਕ ਦੇ ਵਿੱਚ ਕੋਈ ਔਗਣ ਨਹੀਂ ਹੈ। ਤੇ ਜਿਹੜਾ ਗੁਰੂ ਪਿਆਰਿਓ ਕਹਿੰਦਾ ਹੈ ਨਾ ਕਿ ਉਹ ਵਾਹਿਗੁਰੂ ਦੇ ਵਿੱਚ ਔਗਣ ਹੈ, ਸਮਝ ਲਓ ਉਹ ਇਉਂ ਹੈ ਜਿਵੇਂ ਕੋਈ ਚੰਦ ਦੇ ਉੱਤੇ ਥੁੱਕਦਾ ਹੈ। ਚੰਦ ਤਾਂ ਨਹੀਂ ਲਿਬੜਦਾ, ਲੇਕਿਨ ਉਹਦੇ ਮੂੰਹ ਦੇ ਉੱਤੇ ਜ਼ਰੂਰ ਪੈਂਦਾ ਗੁਰੂ ਪਿਆਰਿਓ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਰ ਆਪੇ ਬੋਲ ਬੁਲਾਵੇ। ਅਕਾਲ ਪੁਰਖ ਆਪ ਹੀ ਗੁਰੂ ਪਿਆਰਿਓ ਬੋਲ ਬੁਲਾਉਂਦਾ ਹੈ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਹਰ ਆਪੇ ਪੰਚ ਤਤ ਵਿਸਥਾਰਾ। ਵਾਹਿਗੁਰੂ ਆਪ ਹੈ ਜਿਨੇ ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ। ਪੰਜਾਂ ਤੱਤਾਂ ਦਾ ਵਿਸਥਾਰ ਕੀਤਾ ਹੈ। ਪੰਜ ਤੱਤ ਕਿਹੜੇ ਹੈ ਗੁਰੂ ਪਿਆਰਿਓ? ਹਵਾ ਹੈ, ਪਾਣੀ ਹੈ, ਤੀਜੀ ਅੱਗ ਹੈ, ਚੌਥੀ ਧਰਤੀ ਹੈ ਤੇ ਪੰਜਵਾਂ ਆਕਾਸ਼ ਹੈ। ਇਹ ਪੰਜ ਤੱਤ ਹੈ ਜਿਹੜੇ ਵਾਹਿਗੁਰੂ ਨੇ ਪੈਦਾ ਕੀਤੇ ਆ, ਵਾਹਿਗੁਰੂ ਨੇ ਖਿਲਾਰੇ ਹੋਏ ਆ। ਵਿੱਚ ਧਾਤੂ ਪੰਚ ਆਪ ਪਾਵੇ। ਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਪੰਜ ਗੁਰੂ ਪਿਆਰਿਓ ਜਿਹੜੇ ਧਾਤੂ ਨੇ ਉਹ ਵੀ ਅਕਾਲ ਪੁਰਖ ਨੇ ਪਾਏ। ਹੁਣ ਪੰਜਾਂ ਤੱਤਾਂ ਦੇ ਵਿੱਚ ਪੰਜ ਧਾਤੂ ਕਿਹੜੇ ਨੇ? ਪੰਜ ਵਿਸ਼ੇ ਕਿਹੜੇ ਨੇ? ਉਹਨੇ ਗੁਰੂ ਪਿਆਰਿਓ ਰਸ, ਰੂਪ, ਗੰਧ, ਸਪਰਸ਼ ਤੇ ਸ਼ਬਦ। ਹੁਣ ਪਾਣੀ ਦੇ ਵਿੱਚ ਰਸ ਹੈ, ਧਰਤੀ ਦੇ ਵਿੱਚ ਗੰਧ ਹੈ, ਅਗਨੀ ਦੇ ਵਿੱਚ ਰੂਪ ਹੈ, ਆਕਾਸ਼ ਦੇ ਵਿੱਚ ਸ਼ਬਦ ਹੈ ਗੁਰੂ ਪਿਆਰਿਓ, ਤੇ ਹਵਾ ਦੇ ਵਿੱਚ ਸਪਰਸ਼ ਹੈ। ਹਵਾ ਦੇ ਵਿੱਚ ਸਪਰਸ਼ ਹੈ, ਅੱਗ ਦੇ ਵਿੱਚ ਰੂਪ ਹੈ, ਧਰਤੀ ਦੇ ਵਿੱਚ ਗੰਧ ਹੈ, ਪਾਣੀ ਦੇ ਵਿੱਚ ਰਸ ਹੈ ਤੇ ਆਕਾਸ਼ ਦੇ ਵਿੱਚ ਸ਼ਬਦ ਹੈ। ਤਾਂ ਪੰਜ ਤੱਤਾਂ ਨੂੰ ਅਕਾਲ ਪੁਰਖ ਨੇ ਖਿਲਾਰਿਆ ਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਪੰਜ ਵਿਸ਼ੇ ਜਿਹੜੇ ਨੇ, ਰੂਪ, ਰਸ, ਗੰਧ, ਸ਼ਬਦ ਤੇ ਸਪਰਸ਼, ਇਹ ਅਕਾਲ ਪੁਰਖ ਨੇ ਆਪ ਪਾਏ ਨੇ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ। ਜਨ ਨਾਨਕ ਸਤਿਗੁਰ ਮੇਲੇ ਆਪੇ,
ਹਰ ਆਪੇ ਝਗਰ ਚੁਕਾਵੈ। ਇੱਥੇ ਗੁਰੂ ਪਿਆਰਿਓ ਆਖਰੀ ਪੰਕਤੀ ਦੇ ਵਿੱਚ ਧਿਆਨ ਦੇ ਨਾਲ ਸਮਝਣਾ। ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਜਨ ਨਾਨਕ ਸਤਿਗੁਰ ਮਿਲੇ ਆਪੇ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਸੰਗਤ 'ਚ ਬੈਠੇ ਹੈ ਨਾ, ਇਹਨਾਂ ਨੂੰ ਸਮਝਾਓ ਕਿ ਜਿਹੜੇ ਪਰਮਾਤਮਾ ਦੇ ਸੇਵਕ ਹੈ, ਜਨ ਹੈ, ਉਹਨਾਂ ਨੂੰ ਅਕਾਲ ਪੁਰਖ ਗੁਰੂ ਨਾਲ ਮਿਲਦਾ ਹੈ, ਆਪ ਗੁਰੂ ਨਾਲ ਮਿਲਦਾ ਹੈ। ਸਾਡਾ ਇੱਕ ਸਿਧਾਂਤ ਹੈ ਗੁਰੂ ਪਿਆਰਿਓ, ਉਹ ਸਿਧਾਂਤ ਨੂੰ ਆਪਣੇ ਦਿਮਾਗ ਦੇ ਵਿੱਚ, ਆਪਣੇ ਦਿਲ ਦੇ ਵਿੱਚ ਚੰਗੀ ਤਰ੍ਹਾਂ ਸਮਝ ਸਮਾ ਲੈਣਾ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਮਿਲਦਾ ਹੈ। ਜੇ ਅੱਜ ਅਸੀਂ ਆਏ ਹਾਂ ਨਾ ਗੁਰੂ ਪਿਆਰਿਓ, ਜੇ ਅਸੀਂ ਗੁਰੂ ਪਿਆਰਿਓ ਗੁਰੂ ਵਾਲੇ ਨਹੀਂ ਬਣੇ ਤੇ ਸਾਨੂੰ ਵਾਹਿਗੁਰੂ ਨੇ ਭੇਜਿਆ, ਤੇ ਜੇ ਅਸੀਂ ਗੁਰੂ ਵਾਲੇ ਬਣੇ, ਗੁਰੂ ਦੀ ਬਾਣੀ ਸੁਣ ਰਹੇ ਹਾਂ ਤੇ ਗੁਰੂ ਯਤਨ ਕਰ ਰਹੇ ਹੈ ਕਿ ਤੁਸੀਂ ਅਕਾਲ ਪੁਰਖ ਨਾਲ ਜੁੜ ਜਾਓ, ਕਿਉਂਕਿ ਅਕਾਲ ਪੁਰਖ ਗੁਰੂ ਨਾਲ ਜੋੜਦਾ ਹੈ, ਗੁਰੂ ਅਕਾਲ ਪੁਰਖ ਨਾਲ ਜੋੜਦਾ ਹੈ। ਤੇ ਗੁਰੂ ਤੇ ਅਕਾਲ ਪੁਰਖ 'ਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ ਗੁਰੂ ਪਿਆਰਿਓ। ਇਸ ਫਲਸਫੇ ਨੂੰ ਵੀ ਸਮਝਣ ਦੀ ਜਿਹੜੀ ਹੈ ਨਾ, ਉਹ ਬਹੁਤ ਵੱਡੀ ਜ਼ਰੂਰਤ ਹੈ, ਬਹੁਤ ਵੱਡੀ ਜ਼ਰੂਰਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਫਲਸਫਾ ਹੈ ਨਾ ਗੁਰੂ ਪਿਆਰਿਓ, ਉਹ ਪਰਿਪੂਰਨ ਫਲਸਫਾ ਹੈ, ਪਰਿਪੂਰਨ ਫਲਸਫਾ। ਦੁਨੀਆ ਦੇ ਵਿੱਚ ਬਹੁਤ ਫਲਸਫੇ ਹੈ, ਬਹੁਤ ਮਤ ਮਤਾਂਤਰ ਹੈ, ਕਿਸੇ ਨਾ ਕਿਸੇ ਗੁਰੂ ਪਿਆਰਿਓ ਫਲਸਫੇ ਦੇ ਵਿੱਚ ਕੋਈ ਨਾ ਕੋਈ ਨਿੱਕਾ ਮੋਟਾ ਦੋਸ਼ ਤੁਹਾਨੂੰ ਮਿਲ ਜਾਏਗਾ, ਪਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਵਿੱਚ ਜਿਨ੍ਹਾਂ ਨੇ ਫਲਸਫੇ ਨੂੰ ਖੰਗਾਲਿਆ, ਪੜ੍ਹਿਆ, ਸਮਝਿਆ, ਉਹ ਕਹਿੰਦੇ ਨੇ ਕਿ ਇਸ ਫਲਸਫੇ ਦੇ ਵਿੱਚ ਕੋਈ ਦੋਸ਼ ਨਹੀਂ। ਉਹ ਕਹਿੰਦੇ ਨੇ ਗੁਰੂ ਪਿਆਰੇ, ਗੈਰ ਸਿੱਖ ਜਿਨ੍ਹਾਂ ਨੇ ਇਸ ਫਲਸਫੇ ਦਾ ਅਧਿਐਨ ਕੀਤਾ, ਉਹ ਵੀ ਕਹਿੰਦੇ ਇਸ ਫਲਸਫੇ ਦੇ ਵਿੱਚ ਕੋਈ ਦੋਸ਼ ਨਹੀਂ। ਔਰ ਕਿੱਡੀ ਕਮਾਲ ਦੀ ਗੱਲ ਹੈ ਗੁਰੂ ਪਿਆਰਿਓ ਕਿ ਐਸੇ ਗੁਰੂ ਨਾਨਕ ਸਾਹਿਬ ਦੇ ਦਰ ਨੂੰ ਛੱਡ ਕੇ ਅਸੀਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਹਾਂ। ਉਹਦੇ ਬਣਨਾ ਚਾਹੀਦਾ ਹੈ ਗੁਰੂ ਪਿਆਰਿਓ ਜਿਹਨੇ ਸਾਡੇ ਲਈ, ਸਾਡੇ ਬਜ਼ੁਰਗਾਂ ਲਈ ਕੁਝ ਕੀਤਾ ਹੈ, ਜਿਹਨੇ ਇਸ ਧਰਤੀ ਲਈ ਕੁਝ ਕੀਤਾ, ਜਿਸ ਧਰਤੀ ਤੇ ਅਸੀਂ ਬੈਠੇ ਹਾਂ, ਜਿਹਨੇ ਸਾਡੇ ਲਈ ਕੁਝ ਨਹੀਂ ਕੀਤਾ, ਸਾਡੇ ਪੂਰਵਜਾਂ ਲਈ ਕੁਝ ਨਹੀਂ ਕੀਤਾ, ਸਾਡੇ ਬਜ਼ੁਰਗਾਂ ਲਈ ਕੁਝ ਨਹੀਂ ਕੀਤਾ, ਸਾਡੀ ਇਸ ਧਰਤੀ ਲਈ ਕੁਝ ਨਹੀਂ ਕੀਤਾ, ਜਿਹੜੀ ਧਰਤੀ ਤੇ ਅਸੀਂ ਸਦੀਆਂ ਤੋਂ, ਸੈਂਕੜੇ ਸਾਲਾਂ ਤੋਂ ਰਹਿ ਰਹੇ ਹਾਂ, ਉਹ ਸਾਡਾ ਇਸ਼ਟ ਕਿਵੇਂ ਹੋ ਸਕਦਾ ਹੈ? ਗੁਰੂ ਨਾਨਕ ਸਾਹਿਬ ਦੀ ਇਹ ਧਰਤੀ ਹੈ ਗੁਰੂ ਪਿਆਰਿਓ। ਗੁਰੂ ਨਾਨਕ ਸਾਹਿਬ ਦੇ ਇਸ ਧਰਤੀ ਦੇ ਉੱਤੇ ਵੱਡੇ ਪਰ ਉਪਕਾਰ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਧਰਤੀ ਦੇ ਉੱਤੇ ਵੱਡੇ ਪਰ ਉਪਕਾਰ ਨੇ। ਇਸ ਕਰਕੇ ਜੇ ਮੰਨਣਾ ਹੈ ਤੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਣਾ ਚਾਹੀਦਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਮੰਨਣਾ ਚਾਹੀਦਾ। ਆ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ, ਕਿਹਦਾ ਪਰ ਉਪਕਾਰ ਹੈ ਗੁਰੂ ਪਿਆਰਿਓ ਇਸ ਧਰਤੀ ਦੇ ਉੱਤੇ? ਇਸ ਧਰਤੀ ਦੇ ਉੱਤੇ ਪਰ ਉਪਕਾਰ ਹੈ ਸਭ ਤੋਂ ਵੱਡਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪਰ ਉਪਕਾਰ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ ਗੁਰੂ ਪਿਆਰਿਓ। ਤੇ ਜੇ ਕੋਈ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰ ਛੱਡ ਕੇ ਗੁਰੂ ਪਿਆਰਿਓ ਕਿਸੇ ਹੋਰ ਪਾਸੇ ਜਾਂਦਾ ਹੈ ਤੇ ਫਿਰ ਉਹ ਅਕਿਰਤ ਕਹਾਣਾ ਹੈ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਇਸ ਧਰਤੀ ਤੇ ਉੱਤੇ ਭਾਰ ਜਿਹੜਾ ਨਾ ਧਰਤੀ ਨੂੰ, ਨਾ ਪਰਬਤਾਂ ਦਾ ਲੱਗਦਾ ਹੈ, ਨਾ ਜੰਗਲਾਂ ਦਾ ਲੱਗਦਾ ਹੈ, ਨਾ ਨਦੀਆਂ ਦਾ ਲੱਗਦਾ ਹੈ, ਨਾ ਬੰਦਿਆਂ ਦਾ ਲੱਗਦਾ ਹੈ। ਜੇ ਇਸ ਧਰਤੀ ਨੂੰ ਭਾਰ ਮਹਿਸੂਸ ਹੁੰਦਾ ਨਾ, ਤੇ ਅਕਿਰਤ ਕਣਾ ਦਾ ਭਾਰ ਮਹਿਸੂਸ ਹੁੰਦਾ ਹੈ। ਅਸੀਂ ਇਸ ਧਰਤੀ ਦੇ ਵੀ ਅਕਿਰਤ ਕਣ ਹੈ, ਅਸੀਂ ਆਪਣੇ ਇਸ਼ਟ ਦੇ ਵੀ ਅਕਿਰਤ ਕਣ ਹੈ, ਅਸੀਂ ਗੁਰੂ ਪਿਆਰਿਓ ਆਪਣੇ ਪੂਰਵਜਾਂ ਦੇ ਵੀ ਅਕਿਰਤ ਕਣ ਹੈ, ਜਿਨ੍ਹਾਂ ਪੂਰਵਜਾਂ ਦੇ ਉੱਤੇ ਸਾਡੇ ਸਤਿਗੁਰਾਂ ਨੇ ਬਹੁਤ ਵੱਡੀਆਂ ਜਿਹੜੀਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ। ਇਸ ਕਰਕੇ ਇਸ ਧਰਤੀ ਦੇ ਰਿਣੀ ਹੋਣਾ ਚਾਹੀਦਾ ਹੈ, ਜਿਸ ਧਰਤੀ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਦੇ ਨਾਲ ਨਵਾਜਿਆ ਹੈ। ਉਸ ਗੁਰੂ ਰਾਮਦਾਸ ਮਹਾਰਾਜ ਦੇ ਰਿਣੀ ਹੋਣਾ ਚਾਹੀਦਾ ਹੈ, ਜਿਸ ਗੁਰੂ ਰਾਮਦਾਸ ਮਹਾਰਾਜ ਨੇ ਇਸ ਧਰਤੀ ਨੂੰ ਨਵਾਜਿਆ ਹੈ ਗੁਰੂ ਪਿਆਰਿਓ। ਤਾਂ ਆਖਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਆਪ ਸਤਿਗੁਰੂ ਨਾਲ ਮਿਲਦਾ ਹੈ, ਕਹਿੰਦੇ ਹਰ ਆਪੇ ਝਗਰ ਚੁਕਾਵੇ। ਤੇ ਜਿਹੜੇ ਸਾਡੇ ਅੰਦਰ ਝਗੜੇ ਚੱਲਦੇ, ਇੱਕ ਤਾਂ ਝਗੜੇ ਆ ਨਾ ਬਾਹਰ ਗੁਰੂ ਪਿਆਰਿਓ, ਬਾਹਰ ਝਗੜੇ ਚੱਲਦੇ ਪਏ ਆ, ਕਦੇ ਗੁਆਂਢੀ ਨਾਲ ਲੜ ਪਏ, ਕਦੇ ਕਿਸੇ ਨਾਲ ਲੜ ਪਏ, ਕਦੇ ਕਿਸੇ ਨਾਲ ਲੜ ਪਏ, ਥਾਣੇ ਚਲੇ ਗਏ, ਕਚਹਿਰੀ ਚਲੇ ਗਏ। ਇਹਨਾਂ ਝਗੜਿਆਂ ਤੋਂ ਤਾਂ ਨਿਜਾਤ ਮਿਲ ਜੂਗੀ, ਪਰ ਸਾਡੇ ਅੰਦਰ ਬਹੁਤ ਵੱਡੇ ਝਗੜੇ ਚੱਲ ਰਹੇ ਆ, ਸਾਡੇ ਅੰਦਰ ਕਲਾ ਚੱਲ ਰਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੁਸੀਂ ਇੱਕ ਵਾਰੀ ਅਕਾਲ ਪੁਰਖ ਨਾਲ ਜੁੜ ਕੇ ਤਾਂ ਵੇਖੋ, ਤੁਹਾਡੇ ਅੰਦਰਲੇ ਝਗੜੇ ਵੀ ਅਕਾਲ ਪੁਰਖ ਮੁਕਾ ਦੇਗਾ, ਤੁਹਾਡੇ ਅੰਦਰਲੇ ਝਗੜੇ ਵੀ ਅਕਾਲ ਪੁਰਖ ਮੁਕਾ ਦੇਗਾ। ਇਹ ਸਾਰੀਆਂ ਬਿਮਾਰੀਆਂ ਦੀ ਵਜ੍ਹਾ ਸਾਡੇ ਅੰਦਰਲੇ ਝਗੜੇ ਹੈ, ਸਾਡੇ ਅੰਦਰਲੇ ਝਗੜੇ ਪਰਮੇਸ਼ਵਰ ਮੁਕਾ ਦੇਗਾ। ਕਦੇ
ਉਸ ਪਰਮੇਸ਼ਵਰ ਦੇ ਬਣ ਕੇ ਦੇਖੋ, ਉਸ ਅਕਾਲ ਪੁਰਖ ਦੇ ਬਣ ਕੇ ਦੇਖੋ ਜਿਹੜਾ ਸਾਰੇ ਬ੍ਰਹਮਾਂਡ ਦਾ ਮਾਲਕ ਹੈ। ਉਸ ਗੁਰੂ ਦੇ ਬਣ ਕੇ ਦੇਖੋ ਜਿਸ ਗੁਰੂ ਨੇ ਬ੍ਰਹਮਾਂਡ ਦੇ ਮਾਲਕ ਅਕਾਲ ਪੁਰਖ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਤਾਂ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਮਝਾਇਆ ਸਾਨੂੰ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਸਾਨੂੰ ਸੰਗਤ ਕਰਨ ਦਾ ਬਲ ਬਖਸ਼, ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਸਾਡੇ ਤੇ ਕਿਰਪਾ ਕਰ। ਆਖਰੀ ਪੰਕਤੀਆਂ ਪੜ੍ਹਦੇ ਸਮਾਪਤੀ ਕਰਦੇ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।